नमस्कार, सलाम, याली मदद, सत श्री अकाल, वेरी गुड मॉर्निंग टू कनाडा एंड हेलो टू एवरीवन। आप सबका स्वागत है हमारे प्रोग्राम आपकी आवाज़ में। ये प्रोग्राम आप देखते हैं हमारे अपने फेवरेट टीवी चैनल पंजाबी नेशनल पर। मैं आपका होस्ट, आपका दोस्त अमृत बराड़ आप सबका स्वागत करता हूँ आज के इस स्पेशल प्रोग्राम में जो है वैसाखी स्पेशल 2022। वैसाखी हमारे कल्चर का, हमारे सभ्याचार का एक बहुत अमेजिंग त्यौहार जो कि पूरी दुनिया में जहाँ पे भी हमारे लोग हैं, इंडियंस हैं, वो इस त्यौहार को मनाते हैं। स्पेशली सिक्स में ये त्यौहार बहुत डिफरेंट तरीके से मनाया जाता है। एक डिफरेंट वे है इसको मनाने का। आज आप देखेंगे मैंने भी सैफरन कलर पहन रखा है, तो ये इसका प्रतीक है कि हम लोग मिलकर इस वैसाखी के त्यौहार को मना रहे हैं। वैसाखी का मानना है कि मीन्स है रादर, इसको कहा जाता है कि इस दिन खालसा का जन्म हुआ था और गोविंद सिंह जी जो हमारे 10वें बादशाह, उन्होंने खालसा ग्रुप की स्थापना की थी। इन अप्रैल 1699 the 10th Sikh Guru Gobind Singh Ji tested the commitment of thousands of Sikhs. The first 5 to pass this test were initiated into a new order called the Khalsa. These 5 men came to be known as Panch Pyare. ਤੇ again ਇਹ ਜਿਹੜਾ ਸਪੈਸ਼ਲ ਤਿਉਹਾਰ ਹੈ ਇਹ ਦੁਨੀਆ ਭਰ 'ਚ ਮਨਾਇਆ ਜਾਂਦਾ ਹੈਗਾ। 13 ਜਾਂ 14 ਤਰੀਕ ਜਿਹੜਾ ਵੀ 2 ਦਿਨ ਇਸ ਨੂੰ ਦਿੱਤੇ ਜਾਂਦੇ ਨੇ। and I believe Indian subcontinent ਨਹੀਂ but world over ਇਹ ਤਿਉਹਾਰ ਸਾਰੇ ਲੋਕ ਮਨਾਉਂਦੇ ਹੈਗੇ ਆ। ਇਸ ਤਿਉਹਾਰ 'ਚ ਇਹ ਵੀ ਕਿਹਾ ਜਾਂਦਾ ਹੈ ਕਿ that is the first harvest date। ਫਸਲ ਕੱਟੀ ਜਾਂਦੀ ਹੈ ਤੇ ਜਿਹੜੇ ਕਿਸਾਨ ਹੈਗੇ ਨੇ ਉਹ ਆਪਣੀ ਫਸਲਾਂ ਨੂੰ ਮੰਡੀਆਂ 'ਚ ਕੱਟ ਕੇ ਲੈ ਕੇ ਜਾਂਦੇ ਨੇ ਤੇ it is also celebrated in that reference. There are so many things associated with this amazing festival, ਲੇਕਿਨ ਖਾਣਾ ਇਹਦੇ ਨਾਲ ਇੱਕ ਪ੍ਰਤੀਕ ਹੈਗਾ। ਤੇ ਜੇ ਆਪਾਂ ਸਭ ਤੋਂ ਪਹਿਲਾਂ ਜਿਹੜਾ ਆਪਾਂ ਕੰਮ ਕਰਦੇ ਹਾਂ ਉਹ ਉੱਠ ਕੇ ਗੁਰੂ ਘਰ ਜਾ ਕੇ ਮੱਥਾ ਟੇਕਦੇ ਹਾਂ, ਉਸ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਅਸੀਂ ਨਾਂ ਲੈਂਦੇ ਹਾਂ ਤੇ ਉੱਥੇ ਜਿਹੜਾ ਕੜਾਹ ਪ੍ਰਸ਼ਾਦ ਸਾਨੂੰ ਪ੍ਰਸ਼ਾਦ ਦਿੱਤਾ ਜਾਂਦਾ ਹੈ ਉਹ ਇੱਕ ਬਹੁਤ ਹੀ ਡਿਫਰੈਂਟ ਅਸੀਂ ਕਹਿ ਸਕਦੇ ਹਾਂ ਇਸ ਪਰਟੀਕੂਲਰ ਜਿਹੜਾ ਤਿਉਹਾਰ ਹੈ ਉਹਦਾ ਹਿੱਸਾ ਮੰਨਿਆ ਜਾਂਦਾ ਹੈ। ਪ੍ਰਸ਼ਾਦ ਹਰ ਰੋਜ਼ ਗੁਰਦੁਆਰੇ 'ਚ ਵਰਤਾਇਆ ਜਾਂਦਾ ਹੈ, ਲੇਕਿਨ ਇਸ ਦਿਨ ਜਿਹੜਾ ਪ੍ਰਸਾਦ ਹੈਗਾ ਉਹਦੀ ਹੋਰ ਮਹੱਤਤਾ ਹੁੰਦੀ ਹੈ। ਸਾਡੇ ਨਾਲ ਇੱਕ ਬਹੁਤ ਅਮੇਜ਼ਿੰਗ ਗੈਸਟ ਜੁੜ ਰਹੇ ਨੇ ਟੋਰਾਂਟੋ ਤੋਂ, ਜਿਹੜੇ ਕਿ ਬਹੁਤ ਅਮੇਜ਼ਿੰਗ ਸ਼ੈਫ ਹੈਗੇ ਨੇ ਤੇ ਉਹ ਅੱਜ ਸਾਨੂੰ ਦੱਸਣਗੇ, ਸਾਨੂੰ ਸਿਖਾਉਣਗੇ ਸਪੈਸ਼ਲੀ ਕਿ ਕੜਾਹ ਪ੍ਰਸ਼ਾਦ ਆਪਾਂ ਘਰ 'ਚ ਕਿਵੇਂ ਬਣਾ ਸਕਦੇ ਹਾਂ। ਬਿਕਾਜ਼ ਸ਼ੀ ਇਜ਼ ਵਨ ਆਫ ਦੀ ਵੈਰੀ ਵੈਲ ਨੋਨ ਸ਼ੈਫ ਇਨ ਕੈਨੇਡਾ ਤੇ ਟੋਰਾਂਟੋ 'ਚ ਉਹਨਾਂ ਦਾ ਬਹੁਤ ਨਾਂ ਹੈਗਾ। ਹਾਲੇ ਵੀ ਉਹਨਾਂ ਦੇ ਬਹੁਤ ਸਾਰੇ ਬਲੌਗਸ, ਬਹੁਤ ਸਾਰੇ ਇੰਟਰਵਿਊਜ਼ ਨਿਊਜ਼ਪੇਪਰ 'ਚ ਪਬਲਿਸ਼ ਹੋਏ, ਪਲੱਸ ਬਹੁਤ ਹੀ ਵੱਡੀ ਇੱਕ ਚੈਨਲ ਨੇ ਉਹਨਾਂ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਆਪਣੇ ਚੈਨਲ ਤੇ ਪ੍ਰਸਤੁਤ ਕੀਤਾ। ਤੇ ਆਓ ਮਿਲकर ਸਵਾਗਤ ਕਰਦੇ ਹਾਂ ਆਪਾਂ ਜਸਜੀਤ ਕੌਰ ਜੀ ਦਾ। ਜਸਜੀਤ ਜੀ ਬਹੁਤ ਬਹੁਤ ਸਵਾਗਤ ਸਾਡੇ ਪ੍ਰੋਗਰਾਮ ਵਿੱਚ। ਥੈਂਕ ਯੂ ਅਮ੍ਰਿਤ ਜੀ। ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਜਸਜੀਤ ਜੀ ਥੈਂਕ ਯੂ ਸੋ ਮਚ ਫॉर योर ਪ੍ਰੈਸ਼ੀਅਸ ਟਾਈਮ। ਆਈ ਨੋ ਸਭ ਲੋਕ ਬਿਜ਼ੀ ਹੈਗੇ ਆ ਤੇ ਤੁਸੀਂ ਵੀ ਬਹੁਤ ਸਾਰੇ ਕੰਮ ਕਰਦੇ ਹੋ, ਬਟ ਯੂ ਟੁਕ ਆਊਟ ਟਾਈਮ for our program. I'm really grateful to you and I hope ਕਿ ਜਿਹੜਾ ਅੱਜ ਤੁਸੀਂ ਸਾਨੂੰ ਕੜਾਹ ਪ੍ਰਸ਼ਾਦ ਬਣਾਉਣਾ ਦਿਖਾਓਗੇ, ਸਿਖਾਓਗੇ, that will be loved by everyone. Yes, Amit ji, and ਇਹਦੇ ਵਾਸਤੇ ਟਾਈਮ ਤੇ ਤੁਸੀਂ ਹਰ ਰੋਜ਼ ਕਹੋਗੇ ਨਾ ਕਿ ਆ ਜਾਓ ਕੜਾਹ ਪ੍ਰਸ਼ਾਦ ਬਣਾਉਣੇ ਆ, I will be there with you. Thank you so much. Because I feel ਕੜਾਹ ਪ੍ਰਸ਼ਾਦ as we talked about, it is actually ਮੇਰਾ ਵੀ ਬਹੁਤ ਸਭ ਤੋਂ ਫੇਵਰੇਟ ਹੈ ਬਚਪਨ ਤੋਂ। ਤੇ ਮੈਨੂੰ ਲੱਗਦਾ ਹੈ ਕਿ ਗੁਰਦੁਆਰੇ ਜਾਣਾ ਤੇ ਬਹੁਤ ਜ਼ਰੂਰੀ ਹੈ। ਰੋਜ਼ ਸਾਨੂੰ ਗੁਰਦੁਆਰੇ ਜਾਣਾ ਚਾਹੀਦਾ ਹੈ, ਮੱਥਾ ਟੇਕਣਾ ਚਾਹੀਦਾ ਹੈ, ਪ੍ਰਸ਼ਾਦ ਉੱਥੇ ਖਾਣਾ ਚਾਹੀਦਾ ਹੈ। ਬਟ ਸਮਟਾਈਮਸ ਘਰ ਦੇ ਵਿੱਚ ਵੀ ਇਹ ਇੱਕ ਰਿਚੁਅਲ ਬਣ ਜਾਂਦਾ ਹੈ ਕਿ ਜਿਸ ਦਿਨ ਵੀ ਕੋਈ ਸਪੈਸ਼ਲ ਡੇ ਹੈ ਮੈਂ ਜ਼ਰੂਰ ਕੜਾਹ ਪ੍ਰਸ਼ਾਦ ਬਣਾ ਕੇ ਆਪਣਾ ਜਿਵੇਂ ਵੀ ਪਾਠ ਕਰਨਾ ਹੈ ਅਸੀਂ ਉਹਦੇ ਬਾਅਦ ਹੀ ਉਹ ਸੈਲੀਬ੍ਰੇਸ਼ਨਸ ਦੀ ਬਿਗਿਨਿੰਗ ਕਰੀਦੀ ਹੈ। ਤੇ ਆਈ ਥਿੰਕ ਦੈਟ ਇਜ਼ ਵਾਈ ਕੜਾਹ ਪ੍ਰਸ਼ਾਦ ਅੱਜ ਜਦੋਂ ਅਸੀਂ ਸਭ ਨੂੰ ਬਣਾਉਣਾ ਸਿਖਾਵਾਂਗੇ ਤਾਂ ਕਿ ਸਾਰੇ ਤੁਹਾਡੇ ਜਿੰਨੇ ਵੀ ਵਿਊਅਰਸ, ਜਿੰਨੇ ਵੀ ਆਡੀਅנס ਹੈ ਉਹ ਸਾਰੀ ਕੜਾਹ ਪ੍ਰਸ਼ਾਦ ਨੂੰ ਘਰ ਬਣਾ ਸਕੇ।
ਐਬਸੋਲੂਟਲੀ ਐਬਸੋਲੂਟਲੀ ਉਹ ਸ਼ੁਰੂ ਕਰਦੇ ਹਾਂ ਆਪਾਂ, ਲੇਕਿਨ ਪਹਿਲਾਂ ਇਹ ਦੱਸੋ ਕਿ ਜਿਹੜਾ ਆਪਣਾ ਵਿਸਾਖੀ ਦਾ ਤਿਉਹਾਰ ਹੈ, ਆਪਾਂ ਕੈਲਗਰੀ ਤੱਕ ਆਪਣਾ ਨਗਰ ਕੀਰਤਨ ਨਿਕਲਦਾ ਹੈਗਾ, ਆਪਣਾ ਬਹੁਤ ਵੱਡਾ ਇੱਕ ਮੇਲਾ ਲੱਗਦਾ ਹੈ। ਹਾਊ ਇਟ ਇਜ਼ ਇਨ ਟੋਰਾਂਟੋ? ਟੋਰਾਂਟੋ ਕਿਵੇਂ ਮਨਾਇਆ ਜਾਂਦਾ ਹੈ? ਹਾਂਜੀ, ਟੋਰਾਂਟੋ ਵੀ ਬਹੁਤ ਜ਼ਿਆਦਾ ਰੌਣਕਾਂ ਲੱਗਦੀਆਂ ਨੇ। ਟੋਰਾਂਟੋ ਦੇ ਵਿੱਚ ਦੋ ਜਿਹੜੇ ਨੇ ਸਾਡੇ ਪ੍ਰੋਸੈਸ਼ਨਸ ਹੁੰਦੇ ਨੇ, ਉਹਦੇ ਨਾਲ ਬਿਲਕੁਲ ਗੁਰਦੁਆਰਿਆਂ ਦੇ ਵਿੱਚ ਸੈਲੀਬ੍ਰੇਸ਼ਨਸ ਪਹਿਲਾਂ ਤੋਂ ਹੀ ਉਹ ਸ਼ੁਰੂ ਕਰ ਦਿੰਦੇ ਨੇ, ਅਨਾਉਂਸਮੈਂਟਸ ਹੋ ਰਹੀਆਂ ਨੇ, ਅੰਮ੍ਰਿਤ ਸੰਚਾਰ ਹੋਣ ਵਾਲੇ ਨੇ ਗੁਰਦੁਆਰੇ ਦੇ ਵਿੱਚ। ਸੋ ਜਿਨ੍ਹਾਂ ਨੇ ਵੀ ਦਿਸ ਇਜ਼ ਅ ਵੈਰੀ ਸਪੈਸ਼ਲ ਡੇ ਕਿ ਜੇ ਕਿਸੇ ਨੇ, ਜਿਵੇਂ ਤੁਸੀਂ ਹੁਣੇ ਸਾਰਾ ਦੱਸ ਰਹੇ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹਨੂੰ ਸ਼ੁਰੂ ਕੀਤਾ ਸੀ, ਤੇ ਇਹ ਤਿਉਹਾਰ ਇਸ ਵਿਸਾਖੀ ਦੇ ਮੌਕੇ ਦੇ ਉੱਪਰ ਅੰਮ੍ਰਿਤ ਸੰਚਾਰ ਦੇ ਵਾਸਤੇ ਜਿਹੜੇ ਲੋਕ ਬਿਲਕੁਲ ਤਿਆਰ ਹੁੰਦੇ ਨੇ, ਦੇ ਗੋ ਟੂ ਗੁਰਦੁਆਰਾ ਐਂਡ ਅੰਮ੍ਰਿਤ ਛਕਦੇ ਨੇ ਉੱਥੇ ਜਾ ਕੇ। So that is something very special, I feel. ਅਸੀਂ ਇਸ ਤਿਉਹਾਰ ਨੂੰ ਜਿੰਨਾ significance ਦੇ ਦਈਏ, be it with food, be it with ਅੰਮ੍ਰਿਤ ਸੰਚਾਰ ਤੇ food procession, like there are the ਜਿਹੜੇ ਸਾਰੇ ਇਕੱਠੇ ਹੋ ਕੇ ਲੋਕ ਮਨਾਉਂਦੇ ਨੇ। I think it is very important, and it's celebrated worldwide. It's celebrated in India, to Canada, to US, everywhere. ਜੀ ਬਿਲਕੁਲ। ਮੈਨੂੰ ਟੋਰਾਂਟੋ ਥੋੜਾ ਟਾਈਮ ਰਹਿਣ ਦਾ ਮੌਕਾ ਮਿਲਿਆ ਸੀ, ਤੇ ਇੱਕ ਗੁਰਦੁਆਰਾ ਡਿਕਸੀ ਦਾ ਜਿਹੜਾ ਗੁਰੂ ਘਰ ਹੈਗਾ, ਮੈਂ ਉੱਥੇ ਕਾਫੀ ਗਿਆ ਹੈਗਾ। ਬਟ ਮੈਂ ਤੁਹਾਨੂੰ ਜਾਣਨਾ ਚਾਹੁੰਦਾ, ਟੋਰਾਂਟੋ 'ਚ ਇਸ ਤਰ੍ਹਾਂ ਕੋਈ ਗੁਰੂ ਘਰ ਹੈਗਾ ਜਿਹਦਾ ਸਰੋਵਰ ਬਣਿਆ ਹੈਗਾ ਕਿ ਨਹੀਂ? ਨਹੀਂ ਜੀ, ਦੇਰ ਹਾਲੀ ਤੱਕ ਐਵੇਂ ਦਾ ਗੁਰਦੁਆਰਾ ਨਹੀਂ ਹੈ। I hope ਤੁਸੀਂ ਅੱਜ ਮੇਰੇ ਮਨ 'ਚ ਵੀ ਪਾਇਆ, ਤੇ I really wish one day we have ਸਰੋਵਰ and we can have that feel, ਕਿਉਂਕਿ ਤੁਸੀਂ ਜਿਵੇਂ ਸਰੋਵਰ ਬੋਲਿਆ, ਮੈਨੂੰ ਤੇ ਦਰਬਾਰ ਸਾਹਿਬ ਯਾਦ ਆ ਗਿਆ। ਬਿਲਕੁਲ ਐਬਸੋਲੂਟਲੀ। ਲਾਈਕ even like you know ਬੰਗਲਾ ਸਾਹਿਬ ਦਿੱਲੀ ਦੇ ਵਿੱਚ ਹੈ ਨਾ, ਮਤਲਬ ਅਸੀਂ ਰੋਜ਼ ਹੀ ਕੀਰਤਨ ਉਹਦਾ ਸੁਣਦੇ ਆ ਲਗਾ ਕੇ, ਤੇ ਦਿਲ ਸਰੋਵਰ ਦੇ ਦਰਸ਼ਨ ਜ਼ਰੂਰ ਹੁੰਦੇ ਨੇ। ਤੇ I wish ਅੰਮ੍ਰਿਤ ਜੀ ਅੱਜ ਤੁਸੀਂ ਬੋਲਿਆ, ਤੇ ਕੀ ਪਤਾ ਇਸ ਵਿਸਾਖੀ ਤੋਂ ਕੋਈ ਨਾ ਕੋਈ ਉਸ ਚੀਜ਼ ਤੋਂ ਇਨਸਪਾਇਰ ਹੋਏਗਾ ਤੇ ਉਸ ਕਾਰ ਸੇਵਾ ਦੇ ਵੱਲ ਲੱਗ ਜਾਏਗਾ। ਜੀ ਬਿਲਕੁਲ। ਮੈਨੂੰ ਯਾਦ ਹੈ ਤਰਨ ਤਾਰਨ ਸਾਹਿਬ ਗੁਰਦੁਆਰਾ ਜਿਹੜਾ ਹੈਗਾ, ਉਹ ਇੰਨਾ ਵੱਡਾ ਸਰੋਵਰ ਸੀਗਾ ਕਿ ਕਿੰਨਾ ਬਹੁਤ ਟਾਈਮ ਲੱਗ ਜਾਂਦਾ ਇੱਕ ਪਰਿਕਰਮਾ ਕਰਨ 'ਚ। ਸੋ ਦੈਟ ਇਜ਼ ਸਮਥਿੰਗ ਯੂ ਨੋ ਵੀ ਆਲਵੇਜ਼ ਵਿਸ਼ ਫॉर ਕਿ ਇੱਥੇ ਵੀ ਚਾਹੇ ਛੋਟਾ ਹੋਏ, ਲੇਕਿਨ ਕਿਸੇ ਗੁਰੂ ਘਰ 'ਚ ਜੇ ਸਰੋਵਰ ਹੋਏ ਤਾਂ ਉਹਦਾ I know temperatures and the weather is a very big thing, but ਗਰਮੀਆਂ 'ਚ you know ਇੱਕ ਚੰਗਾ ਲੱਗੇਗਾ ਇੱਕ ਬੰਦਾ you know ਗੁਰੂ ਘਰ 'ਚ ਜਾ ਕੇ ਡੁਬਕੀ ਮਾਰੇ ਤੇ ਥੋੜਾ ਜਿਹਾ ਆਪਣੇ ਆਪ ਨੂੰ ਪਾਪ ਧੋਏ, ਆਪਣੇ ਕਹਿੰਦੇ ਨਾ ਆਪਣਾ ਸਰੋਵਰ ਜਾ ਕੇ ਬੰਦਾ ਆਪਣਾ ਪਾਪ ਧੋ ਲੈਂਦਾ ਹੈ। ਬਿਲਕੁਲ ਜੀ, ਕਿਉਂਕਿ ਅੰਮ੍ਰਿਤ ਜੀ I feel ਕਿ ਜਦੋਂ ਵੀ ਅਸੀਂ ਗੁਰਦੁਆਰੇ ਦੇ ਵਿੱਚ ਦੇਖੋ, ਸਾਰਾ ਟਾਈਮ ਕੀਰਤਨ ਚੱਲਦਾ ਹੈ, ਪਾਠ ਹੁੰਦਾ ਹੈ, ਜਿਹੜਾ ਕਿ ਅਸੀਂ ਸ਼ਾਇਦ ਘਰ ਦੇ ਵਿੱਚ ਉਹਨਾਂ ਜ਼ਿਆਦਾ ਨਹੀਂ ਕਰ ਪਾਉਂਦੇ ਆ। ਤੇ ਜੇ ਸਰੋਵਰ ਵੀ ਉਹਦੇ ਨਾਲ ਹੋਏਗਾ, ਸਰੋਵਰ ਦੇ ਵਿੱਚੋਂ ਸਾਰਾ ਪਾਠ ਸਾਰਾ ਕੁਝ ਜਾਣਾ ਹੈ, ਜਿਵੇਂ ਵੈਸੇ ਜਾਂਦਾ ਹੋਇਆ, ਇਸੇ ਲਈ ਜਿਵੇਂ ਤੁਸੀਂ ਕਹਿ ਰਹੇ ਹੋ ਉਹਦੇ 'ਚ ਡੁਬਕੀ ਲਗਾਈਏ ਤੇ ਬਿਲਕੁਲ ਸਾਡੇ ਸਾਰੇ ਪਾਪ ਧੁਲ ਸਕਦੇ ਨੇ, ਸਭ ਦੇ ਪਾਪ ਧੁਲ ਸਕਦੇ ਨੇ। ਬਿਲਕੁਲ ਜੀ। ਤੇ ਆਪਾਂ ਸ਼ੁਰੂ ਕਰਦੇ ਹਾਂ ਫਟਾਫਟ। ਤੇ ਕੜਾਹ ਪ੍ਰਸ਼ਾਦ ਦੀ ਤੁਸੀਂ ਤਿਆਰੀ ਕੀਤੀ ਹੋਈ ਹੈ ਸਾਡੇ ਲਿਸਨਰਸ ਵਾਸਤੇ, ਥੋੜਾ ਜਿਹਾ ਇਹਦੇ ਬਾਰੇ ਦੱਸੋ ਕੀ ਇੰਗਰੀਡੀਐਂਟ ਸਾਨੂੰ ਚਾਹੀਦੇ ਹੈਗੇ ਕੜਾਹ ਪ੍ਰਸ਼ਾਦ ਜੇ ਆਪਾਂ ਘਰ ਬਣਾਉਣਾ ਪਏਗਾ? ਹਾਂਜੀ, ਮੈਂ ਤੁਹਾਨੂੰ ਇੰਗਰੀਡੀਐਂਟਸ ਦੱਸਦੀ ਹਾਂ। ਸਭ ਤੋਂ ਪਹਿਲਾਂ ਤੇ ਅੰਮ੍ਰਿਤ ਜੀ ਗੱਲ ਹੈ ਕਿ ਜਿਹੜਾ ਕੜਾਹ ਪ੍ਰਸ਼ਾਦ ਹੈ ਨਾ, ਇਟ ਇਜ਼ ਵਨ ਆਫ ਦ ਮੋਸਟ ਸਿੰਪਲੈਸਟ ਕਹਿ ਲਓ ਕਿ ਡਿਜ਼ਰਟ। ਇਸ ਵੇਲੇ ਤੇ ਮੈਂ ਇਹਨੂੰ ਡਿਜ਼ਰਟ ਹੀ ਬੋਲਾਂਗੀ, ਬਟ ਵੈਸੇ ਦੇਖਿਆ ਜਾਏ ਤੇ ਪ੍ਰਸ਼ਾਦ ਹੈ ਨਾ। ਤੇ ਕੜਾਹ ਨਾਰਮਲੀ ਵਾਟ ਕੜਾਹ ਮੀਨਸ, ਜਦੋਂ ਓਲਡ ਟਾਈਮਸ ਦੇ ਵਿੱਚ ਬਹੁਤ ਜ਼ਿਆਦਾ ਗੁਰਦੁਆਰੇ ਵਿੱਚ ਸੰਗਤ ਹੁੰਦੀ ਸੀ, ਜਾਂ ਕਿਧਰੇ ਵੀ ਮੰਦਿਰ ਕਿਧਰੇ ਵੀ ਤੁਸੀਂ ਜਾਓ, ਬਹੁਤ ਜ਼ਿਆਦਾ ਲੋਕ ਇਕੱਠੇ ਹੁੰਦੇ ਨੇ ਤੇ ਲੰਗਰ ਬਣਦਾ ਹੈ। ਜਦੋਂ ਲੰਗਰ ਬਣਦਾ ਹੈ ਤੇ ਕੜਾਹੀਆਂ ਦੀ ਯੂਸੇਜ ਬਹੁਤ ਜ਼ਿਆਦਾ ਹੁੰਦੀ ਹੈ, ਕਿਉਂਕਿ ਉਹਦੇ ਵਿੱਚ ਜਿਹੜਾ ਕੁਆਂਟੀਟੀ ਹੈ ਉਹਨੂੰ ਚਲਾਣਾ, ਉਹਨੂੰ ਹਿਲਾਣਾ is much easier than making it in a pan. So ਇਸ ਕਰਕੇ ਕੜਾਹ came from that prasad, we know a blessed food, right? That is what ਕੜਾਹ ਪ੍ਰਸ਼ਾਦ ਦਾ ਇੱਕ ਆਪਾਂ ਕਹਿ ਸਕਦੇ ਹਾਂ origin। ਪਰ ਇਹਦੇ ਵਿੱਚ ਜਿਹੜਾ ਪੈਂਦਾ ਬੜੇ ਸਿੰਪਲ ਇੰਗਰੀਡੀਐਂਟਸ, ਤੁਹਾਨੂੰ ਸਿਰਫ 4 ਇੰਗਰੀਡੀਐਂਟਸ ਚਾਹੀਦੇ ਨੇ ਤੇ ਤੁਸੀਂ ਇਹ ਚਾਹੇ ਹਰ ਰੋਜ਼ ਬਣਾ ਲਓ। ਮੇਰੇ ਵਰਗਾ ਜਿਹਦਾ ਸਵੀਟ ਟੂਥ ਹੈ, I would love having ਕੜਾਹ ਪ੍ਰਸ਼ਾਦ every day। ਜੀ ਬਿਲਕੁਲ। ਮੇਰੇ ਕੋਲ ਇੱਥੇ ਇਸ ਵੇਲੇ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ, ਮੈਂ ਜਿਹੜੇ ਇੰਗਰੀਡੀਐਂਟਸ ਯੂਜ਼ ਕਰਨ ਵਾਲੀ ਹਾਂ। ਇਹਦੇ ਵਿੱਚ ਜਿਹੜੀ ਇੱਕ ਗੱਲ ਜ਼ਰੂਰੀ ਹੈ ਉਹ ਇਹ ਹੈ ਕਿ ਹਰ ਕੁਆਂਟੀਟੀ ਸੇਮ ਹੈ ਬਿਲਕੁਲ। ਅੱਧਾ ਕੱਪ ਘਿਓ ਜੀ, ਅੱਧਾ ਕੱਪ ਆਟਾ ਜੀ, ਅੱਧਾ ਕੱਪ ਚੀਨੀ ਜੀ, ਤੇ ਪਾਣੀ ਮੈਂ ਪਾ ਰਹੀ ਹਾਂ 3 ਗੁਣਾ। ਠੀਕ ਹੈ।
ਠੀਕ ਹੈ ਜੀ, that is it। ਇਹੀ ਹਿਸਾਬ ਅਸੀਂ ਬਸ ਯਾਦ ਰੱਖਣਾ ਹੈ, ਹੋਰ ਕੁਝ ਨਹੀਂ ਇਹਦੇ ਵਿੱਚ ਯਾਦ ਰੱਖਣ ਵਾਲਾ। I have seen ਕਈ ਲੋਕ ਪਾਣੀ ਵੀ ਸ਼ਾਇਦ 1 ਕੱਪ, ਜੇ 1 ਕੱਪ ਬਣਾ ਰਹੇ ਨੇ ਤੇ ਪਾਣੀ ਵੀ 1 ਕੱਪ ਪਾਉਂਦੇ ਨੇ, ਕਈ ਲੋਕ 2 ਕੱਪ ਪਾਣੀ ਪਾਉਂਦੇ ਨੇ। ਪਰ ਮੇਰਾ ਹਿਸਾਬ ਸ਼ੁਰੂ ਤੋਂ ਜੋ ਮੈਂ ਸਿੱਖਿਆ ਪ੍ਰਸ਼ਾਦ ਬਣਾਉਣਾ, ਮੈਂ ਇਸ ਤਰ੍ਹਾਂ ਹੀ ਬਣਾ ਰਹੀ ਹਾਂ। ਸੋ ਮੈਂ ਤੁਹਾਨੂੰ ਦਿਖਾਵਾਂਗੀ। ਇਸ ਵੇਲੇ ਅਸੀਂ ਸ਼ੁਰੂ ਕਰਾਂਗੇ ਪਹਿਲਾਂ ਇਹਦਾ ਮਤਲਬ ਅਸੀਂ ਚਾਸ਼ਨੀ ਨਹੀਂ ਬਣਾਣੀ, ਅਸੀਂ ਸਿਰਫ ਚਾਹੁੰਦੇ ਹਾਂ ਕਿ ਸਾਡੀ ਚੀਨੀ ਜਿਹੜੀ ਹੈ ਉਹ ਘੁਲ ਜਾਏ ਪਾਣੀ ਦੇ ਵਿੱਚ। ਸੋ ਮੈਂ ਉਹਨੂੰ ਮੈਂ ਸਟਾਰਟ ਕਰ ਰਹੀ ਹਾਂ। ਸੋ ਇਹ ਦੇਖੋ ਮੇਰੇ ਕੋਲ ਅੱਧਾ ਕੱਪ, ਮੈਂ ਅੱਧਾ ਕੱਪ ਬਣਾ ਰਹੀ ਹਾਂ ਕਿਉਂਕਿ ਅਮਨੇ ਜੀ ਜੇ ਮੈਂ ਬਣਾ ਲਿਆ ਨਾ 1 ਕੱਪ ਤੇ ਫਿਰ ਤੇ ਮੈਂ ਖਾਈ ਜਾਣਾ ਸਾਰਾ ਦਿਨ। ਤੁਸੀਂ ਆਪ ਤੇ ਕੈਲਰੀ ਹੋ। ਸੋ ਇਵਨ ਮੈਂ ਤੁਹਾਨੂੰ ਖਿਲਾ ਦਾਂ, ਮੈਂ ਖਾ ਜਾਣਾ ਸਾਰਾ। ਜੀ ਲੇਕਿਨ ਮੈਂ ਇੱਥੇ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਜਿਹੜੀ ਸਾਡੀ ਬੈਕ ਦਾ ਕੈਮਰਾ ਟੀਮ ਹੈਗੀ ਹੈ ਉਹਦੇ ਵਾਸਤੇ ਥੈਂਕ ਯੂ ਸੋ ਮਚ ਐਂਡ I'm very thankful and grateful to your husband today being part of this amazing this show. Thank you Paji for helping us out in this for this amazing recipe what we're going to get from your wife and all the team which is helping us today for this amazing recipe. ਤੇ ਵਿਸਾਖੀ ਦੀ ਸਭ ਨੂੰ ਬਹੁਤ ਮੁਬਾਰਕਾਂ। I hope ਕਿ ਇਹ ਜਿਹੜਾ ਅੱਜ ਅਸੀਂ ਕੜਾਹ ਪ੍ਰਸ਼ਾਦ ਬਣਾਉਣਾ ਸਿੱਖ ਰਹੇ ਹਾਂ ਜਸੀ ਚੀਜ਼ੋਂ ਇਹ that will ਅਸੀਂ ਘਰ 'ਚ ਬਣਾਵਾਂਗੇ ਤੇ ਇਹਦਾ ਜ਼ਰੂਰ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਾਂਗੇ। ਅਮਰਿਤ ਜੀ 1 ਮਿੰਟ, ਮੇਰਾ ਨਾ ਥੋੜਾ ਸਟੋਵ ਪ੍ਰੋਬਲਮ ਦੇ ਰਿਹਾ ਹੈ। I'm just trying to get this started. ਤੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਬਸ ਅਸੀਂ ਇਸ ਕੱਪ ਨੂੰ ਯਾਦ ਰੱਖਣਾ ਹੈ whenever we are making ਕੜਾਹ ਪ੍ਰਸ਼ਾਦ। ਚਾਹੇ ਤੁਸੀਂ 1 ਕੱਪ ਬਣਾ ਰਹੇ ਹੋ, ਚਾਹੇ ਤੁਸੀਂ ਅੱਧਾ ਕੱਪ ਬਣਾ ਰਹੇ ਹੋ, just make sure ਕਿ invest into one of these cups ਤਾਂ ਕਿ ਤੁਹਾਨੂੰ ਪਤਾ ਹੈ ਐਗਜ਼ੈਕਟ ਤੁਸੀਂ ਉਹਨਾਂ ਹੀ ਮੈਜਰਮੈਂਟ ਲਓਗੇ ਜਦੋਂ ਤੁਸੀਂ ਪ੍ਰਸ਼ਾਦ ਨੂੰ ਨਾਪ ਤੋਲ ਕੇ ਬਣਾਉਣਾ ਹੈ ਤੇ ਕਿੰਨਾ ਬਣਾਉਣਾ ਹੈ। ਤੇ ਪਰ ਇਹ ਕੱਪ ਤਾਂ ਜ਼ਰੂਰੀ ਨਹੀਂ ਆਪਾਂ ਕੋਈ ਵੀ ਕੱਪ ਲੈ ਸਕਦੇ ਹਾਂ। It's not that this cup is ਹਾਂਜੀ you can take any cup, you can take a ਕੌਲੀ ਲੈ ਸਕਦੇ ਹੋ, ਛੋਟਾ ਜਿਹਾ ਜੇ ਕੋਈ ਗਲਾਸ ਹੈ, ਬਟ ਜਸਟ ਮੇਕ ਸ਼ੋਰ ਕਿ ਉਹਦੇ ਸੇਮ ਬਸ ਅਸੀਂ ਉਹਨੂੰ ਸਾਰਾ ਕੁਝ ਸੇਮ ਲਈਏ। ਆਟਾ, ਘਿਓ, ਚੀਨੀ ਸੇਮ ਹੋਣੀ ਚਾਹੀਦੀ ਹੈ ਜੀ। ਅਸੀਂ ਆਪਣੀ ਚੀਨੀ ਇਹਦੇ ਚ ਘੋਲ ਰਹੇ ਹਾਂ। ਮੈਂ ਐਕਚੁਅਲੀ ਚੀਨੀ ਤੇ ਇਹਦਾ ਆਪਣੇ ਦੂਸਰੇ ਸਟੋਵ ਤੇ ਇਹਨੂੰ ਕਰਨ ਜਾ ਰਹੀ ਹਾਂ ਤਾਂ ਕਿ ਇਹ ਹੁੰਦਾ ਹੋਏਗਾ ਤੇ ਅਸੀਂ ਇੱਕ ਪਾਸੇ ਆਟਾ ਭੁੰਨਣਾ ਸ਼ੁਰੂ ਕਰਵਾ ਦਈਏ। ਜੀ ਬਸ ਹੁਣ ਫੋਕਸ ਆਪਾਂ ਪੈਨ ਤੇ ਰੱਖੀਏ ਤੇ ਫਿਰ ਹਾਂਜੀ ਤੇ ਨਾਲ ਗੱਲ ਕਰਦੇ ਹਾਂ ਜੀ। ਇਹ ਆਪਾਂ ਹੁਣ ਦੇਖ ਰਹੇ ਹੈਗੇ ਆ ਕਿ ਜਿਹੜੀ ਚਾਸ਼ਨੀ ਹੈਗੀ ਹੈ ਇਹ ਬਣਨੀ ਸ਼ੁਰੂ ਹੋ ਗਈ ਹੈ। ਪਾਣੀ ਚ ਆਪਣੀ ਜਿਹੜੀ ਚੀਨੀ ਹੈਗੀ ਉਹ ਘੁਲ ਰਹੀ ਹੈ ਜੀ। ਬਿਲਕੁਲ ਜੀ ਬਿਲਕੁਲ। ਸੋ ਪਾਣੀ ਮੈਂ ਲਿਆ ਸੀ 1.5 ਕੱਪ ਔਰ ਜਿਹੜਾ ਮੇਰੀ ਚੀਨੀ ਹੈ ਉਹ ਸੀ ਅੱਧਾ ਕੱਪ। ਤੇ ਮੈਂ ਕੋਈ ਇਹਨੂੰ ਜਿਵੇਂ ਅਸੀਂ ਕਈ ਵਾਰੀ ਕਹਿੰਦੇ ਆ ਨਾ 1 ਤਾਰ ਚਾਸ਼ਨੀ ਬਣਾਉਣੀ ਹੈ, 2 ਤਾਰ, ਐਵੇਂ ਦਾ ਕੋਈ ਚੀਜ਼ ਨਹੀਂ ਇਹਦੇ ਵਿੱਚ। ਬਸ ਜਿਵੇਂ ਹੀ ਘੁਲੇਗੀ ਇਹ ਡਨ ਹੈ ਜੀ। ਠੀਕ ਹੈ ਤੇ ਇੱਧਰ ਮੈਂ ਸ਼ੁਰੂ ਕਰ ਰਹੀ ਹਾਂ। ਇੱਧਰ ਮੈਂ ਅੱਧਾ ਕੱਪ ਘਿਓ ਲਿਆ ਜੀ। ਠੀਕ ਹੈ ਜੀ। ਤੇ ਇਹ ਵੀ ਮੈਂ ਬਹੁਤ ਵਾਰ ਸੁਣਿਆ ਮੈਂ ਜੀ ਜਦੋਂ ਵੀ ਪ੍ਰਸ਼ਾਦ ਬਣਾਓ ਨਾ ਤੇ ਲੋਕ ਕਹਿੰਦੇ ਨੇ ਕਿ ਉਹ ਪ੍ਰਸ਼ਾਦ ਦੇ ਵਿੱਚ ਅਸੀਂ ਘਿਓ ਘੱਟ ਪਾ ਲਈਏ, ਹਨਾ। ਪਰ ਘਿਓ ਦੇ ਬਗੈਰ ਤਾਂ ਪ੍ਰਸ਼ਾਦ ਦਾ ਮਤਲਬ ਹੀ ਨਹੀਂ ਹੈਗਾ। ਬਿਲਕੁਲ ਐਗਜ਼ੈਕਟਲੀ। ਸੋ ਜਿਹੜਾ ਘਿਓ ਹੈ ਉਹ ਬਹੁਤ ਜ਼ਰੂਰੀ ਹੈ, ਘੱਟ ਨਹੀਂ ਪਾ ਸਕਦੇ, ਥੋੜਾ ਜਿਹਾ ਜ਼ਿਆਦਾ ਹੀ ਹੋ ਜਾਏ ਜੀ। ਹਾਂਜੀ ਪਰ ਅਸੀਂ ਕਿਉਂਕਿ ਇਫ ਯੂ ਰਿਮੈਂਬਰ ਜਦੋਂ ਛੋਟੇ ਹੁੰਦੇ ਸੀ ਮੈਨੂੰ ਯਾਦ ਹੈ ਗੁਰਦੁਆਰੇ ਜਾਈਦਾ ਸੀ ਤੇ ਪ੍ਰਸ਼ਾਦ ਇੰਨਾ ਸਵਾਦ ਲੱਗਦਾ ਹੁੰਦਾ ਸੀ ਕਿ ਅਸੀਂ ਬਾਰ-ਬਾਰ ਇੱਕੋ ਹੀ ਲਾਈਨ ਦੇ ਵਿੱਚ ਆਪਣੇ ਹੱਥ ਫਟਾਫਟ ਸਾਫ਼ ਕਰਕੇ ਬਾਹਰ ਜਾ ਕੇ ਲੱਗ ਜਾਂਦੇ। ਹਾਂਜੀ ਸੋ ਮਤਲਬ 2 ਟਾਈਮਸ 3 ਟਾਈਮਸ ਜਿਹੜੇ ਉੱਥੇ ਗਿਆਨੀ ਜੀ ਸੀ ਉਹ ਵੀ ਫਿਰ ਤੁਹਾਡੇ ਵੱਲ ਦੇਖਦੇ ਸੀ ਵੀ ਇੱਥੇ ਹੁਣੇ ਤੁਸੀਂ ਪ੍ਰਸ਼ਾਦ ਲੈ ਕੇ ਗਏ ਸੀ। ਪਰ ਹੁਣ ਅਸੀਂ ਵੀ ਕੀ ਕਰੀਏ ਜੇ ਪ੍ਰਸ਼ਾਦ ਸਵਾਦ ਹੀ ਇੰਨਾ ਲੱਗਦਾ ਹੈ what can we do? ਜੀ ਬਿਲਕੁਲ, ਸਪੈਸ਼ਲੀ ਬੱਚਿਆਂ ਵਾਸਤੇ ਤਾਂ ਬਹੁਤ ਬਹੁਤ ਮਜ਼ੇਦਾਰ ਚੀਜ਼ ਹੈਗੀ ਹੈ ਕਿ ਲੋਕ ਬੱਚੇ ਛੋਟੇ ਘੁੰਮ ਕੇ they go back and get that ਪ੍ਰਸਾਦ from ਬਾਬਾ ਜੀ ਤੇ ਜਿਹੜੇ ਵਰਤਾਰੇ ਹੁੰਦੇ ਆ। ਪਲੱਸ ਮੈਂ ਦੇਖਿਆ ਹੈਗਾ ਸਾਡੀ ਮੰਮੀ ਵੀ ਸਾਨੂੰ ਹੋਰ ਦੇਈ ਜਾਂਦੇ ਸੀਗੇ ਕਿ ਚਲੋ ਮੇਰੇ ਹਿੱਸੇ ਦਾ ਵੀ ਲੈ ਲਓ ਬਿਕਾਜ਼ so delicious and so yummy। ਚਾਹੇ ਇਹ ਹੁਣ ਤੁਸੀਂ ਕੀ ਕਰਨਾ? ਆਟਾ ਪਾ ਦਿੱਤਾ ਜੀ। ਠੀਕ ਹੈ ਤੇ ਹੁਣ ਅਸੀਂ ਆਟੇ ਨੂੰ ਭੁੰਨਣਾ ਹੈ
ਤੇ ਜਿਹੜਾ ਇਹ ਭੁੰਨਣ ਵਾਲਾ ਸਟੈਪ ਹੈ ਨਾ, ਇਹ ਬਹੁਤ ਇੰਪੋਰਟੈਂਟ ਹੈ ਔਰ ਤੁਸੀਂ ਇਹਨੂੰ ਹਿਲਾਈ ਵੀ ਜਾਣਾ ਹੈ ਨਾਲ ਨਾਲ। ਜੇ ਇਹ ਹਿਲਦਾ, ਮਤਲਬ ਜੇ ਅਸੀਂ ਇਹਨੂੰ ਨਹੀਂ ਹਿਲਾਵਾਂਗੇ ਤੇ ਲੰਪਸ ਬਣ ਜਾਣਗੇ, ਤੇ ਸਾਨੂੰ ਲੰਪਸ ਬਿਲਕੁਲ ਨਹੀਂ ਚਾਹੀਦੇ। ਸੋ ਅਸੀਂ ਇਹਨੂੰ ਹਿਲਾ ਕੇ ਇਹਨੂੰ ਹੁਣ ਇੰਨੀ ਸਟੇਜ ਤੇ ਲੈ ਜਾਣਾ ਹੈ ਕਿ ਇਹ ਭੁੰਨਣਾ ਸ਼ੁਰੂ ਹੋ ਜਾਏ। ਤੇ ਹੁਣ ਜਿਹੜੀ ਆਪਣਾ ਪਾਣੀ 'ਚ ਤੁਸੀਂ ਚੀਨੀ ਪਾਈ ਸੀਗੀ ਉਹ ਰੈਡੀ ਹੈਗੀ ਹੈ, ਉਹਨੂੰ ਆਪਾਂ ਕੁਝ ਨਹੀਂ ਕਰਨਾ? ਹਾਂਜੀ, ਉਹ ਰੈਡੀ ਹੈ। ਉਹਨੂੰ ਹੁਣ ਅਸੀਂ ਕੁਝ ਨਹੀਂ ਕਰਨਾ, ਉਹ ਮੈਂ ਤੁਹਾਨੂੰ ਦਿਖਾਵਾਂਗੀ ਜਦੋਂ ਇਹਦਾ ਸਟੈਪ ਆਏਗਾ, ਜਦੋਂ ਅਸੀਂ ਇਹਨੂੰ ਇਹਦੇ ਅੰਦਰ ਪਾਣਾ ਹੈ, ਜਦੋਂ ਸਾਡਾ ਆਟਾ ਭੁੰਨ ਜਾਏਗਾ ਜੀ। ਤੇ ਆਟਾ, ਜਿਵੇਂ ਤੁਸੀਂ ਆਪਾਂ ਘਿਓ ਦੀ ਗੱਲ ਕਰ ਰਹੇ ਸੀ, ਘਿਓ ਇਟਸ ਵੈਰੀ ਇੰਪੋਰਟੈਂਟ। ਮਤਲਬ ਇਹ ਤੁਸੀਂ ਸੋਚ ਲਓ ਕਿ ਅਸੀਂ ਥੋੜਾ ਕੀਤਾ ਤੇ ਜਿਹੜਾ ਉਹ ਆਪਾਂ ਜਦੋਂ ਗੁਰਦੁਆਰੇ ਦੇ ਵਿੱਚ ਜਾਂਦੇ ਸੀ ਤੇ ਪ੍ਰਸ਼ਾਦ ਲੈਣੇ ਆ ਗੁਰਦੁਆਰੇ, ਤੇ ਹੱਥ ਨੂੰ ਪ੍ਰਸ਼ਾਦ ਲੱਗਦਾ, ਹੱਥ 'ਚ ਪ੍ਰਸ਼ਾਦ ਦਿੰਦੇ ਨੇ ਤੁਹਾਡੇ ਜੀ। ਜੇ ਉਹ ਪ੍ਰਸ਼ਾਦ ਦੇ ਵਿੱਚੋਂ ਦੀ ਘਿਓ ਇੰਜ ਬਾਹਰ ਨਿਕਲੇ ਉਹ ਮਜ਼ਾ ਨਹੀਂ ਆਣਾ। ਬਟ ਇੱਥੇ ਪ੍ਰੋਬਲਮ ਪਤਾ ਕੀ ਹੈਗੀ ਹੈ, ਲੋਕੀ ਅੱਜ ਕੱਲ they have become so much diet conscious, ਤੇ ਕਹਿੰਦੇ ਕਿ ਨਹੀਂ ਜੀ ਇੱਥੇ ਘਿਓ ਜ਼ਿਆਦਾ ਨਹੀਂ ਖਾਣਾ ਹੈ, ਕੋਲੇਸਟ੍ਰੋਲ ਵੱਧ ਜਾਏਗਾ। ਬਟ ਆਈ ਥਿੰਕ ਕੜਾਹ ਪ੍ਰਸ਼ਾਦ ਨੂੰ ਆਪਾਂ ਐਕਸੈਪਸ਼ਨ ਦੇ ਸਕਦੇ ਹਾਂ। ਬਿਲਕੁਲ ਜੀ, ਬਿਲਕੁਲ। ਔਰ ਉਹ ਵੀ ਦੇਖੋ ਅੰਮ੍ਰਿਤ ਜੀ, ਵਿਸਾਖੀ ਇਜ਼ ਅ ਵੈਰੀ ਬਿਗ ਸੈਲੀਬ੍ਰੇਸ਼ਨ। I think one day we can forget about our diets and make this really yummy kadha prasad at home and eat it, enjoy it. No need to think about diets, kuch sochan di lod nahi hai, bas ਇਹ ਸੋਚੋ ਕਿ ਇਹ ਪਰਮਾਤਮਾ ਵੱਲੋਂ ਸਾਨੂੰ ਇੰਨੀ ਅੱਛੀ ਔਰ ਬੜੀ ਦੇਖੋ ਸਿੰਪਲ ਡਿਜ਼ਰਟ ਇਹਦੇ ਵਾਸਤੇ ਸਾਨੂੰ ਕੁਝ ਹੋਰ ਨਹੀਂ ਚਾਹੀਦਾ। ਪਰ ਇੱਕ ਗੱਲ ਹੋਰ ਹੈ ਅੰਮ੍ਰਿਤ ਜੀ, ਜਦੋਂ ਅਸੀਂ ਆਟਾ ਭੁੰਨ ਰਹੇ ਹਾਂ ਨਾ ਜੀ, ਮੇਕ ਸ਼ੋਰ ਕਿ ਆਟਾ ਭੁੰਨਣਾ ਹੈ। ਆਪਾਂ ਆਟੇ ਨੂੰ ਜੇ ਲੈ ਗਏ ਉਸ ਸਟੇਜ ਤੇ ਜਿੱਥੇ ਆਟਾ ਬਿਲਕੁਲ ਕਾਲਾ ਹੋ ਜਾਂਦਾ ਹੈ, that means we went too far। ਅੱਛਾ, ਪਰ ਤੁਸੀਂ ਇਹ ਦੇਖੋਗੇ ਕਿ ਮੈਂ ਜਿਵੇਂ ਹੀ ਇਹਦੇ ਵਿੱਚ ਪਾਇਆ, ਮੇਰਾ ਘਿਓ ਵੀ ਥੋੜਾ ਗਰਮ ਹੋ ਗਿਆ। ਔਰ ਇਹ ਦੇਖੋ, ਤੁਸੀਂ ਖੁਦ ਹੀ ਦੇਖੋ, ਜਦੋਂ ਮੈਂ ਸ਼ੁਰੂ ਕੀਤਾ ਸੀ ਮੇਰਾ ਇਹਦਾ ਕਲਰ ਕਿੱਥੇ ਸੀ, ਤੇ ਹੁਣ ਮੈਂ ਆਟਾ, ਔਰ ਖੁਸ਼ਬੂ ਵੀ ਬਹੁਤ ਅੱਛੀ ਆ ਰਹੀ ਹੈ ਜੀ। ਮਤਲਬ ਤੁਹਾਡੇ ਨੇਬਰਸ ਔਰ ਤੁਹਾਡੀ ਫੈਮਿਲੀ, ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਤੁਸੀਂ ਅੱਜ ਪ੍ਰਸ਼ਾਦ ਬਣਾ ਰਹੇ ਹੋ ਆਟੇ, ਉਹਨਾਂ ਨੇ ਆ ਜਾਣਾ ਇੱਥੇ। ਹਾਂਜੀ, ਮਤਲਬ ਬੈਲ ਬਾਹਰ ਵੱਜਣੀ ਸ਼ੁਰੂ ਹੋ ਜਾਣੀ ਹੈ ਕਿ ਓਕੇ ਗਿਵ ਅਸ ਸਮ ਪ੍ਰਸ਼ਾਦ। ਜੀ ਬਿਲਕੁਲ। ਸੋ ਪ੍ਰਸ਼ਾਦ ਦੀ ਬਹੁਤ ਹੀ ਤੁਸੀਂ ਦੇਖੋ, ਮਤਲਬ ਗੁਰਦੁਆਰੇ ਜਾਣਾ ਐਂਡ ਵੀ ਆਲਵੇਜ਼ ਹੈਵ ਦਿਸ ਕਿ ਸਾਨੂੰ ਪ੍ਰਸ਼ਾਦ ਮਿਲਣਾ। ਇੱਕ ਗੱਲ ਹੋਰ ਹੈ ਆਪਣੀ ਜੀ, ਜਿਹੜਾ ਘਿਓ ਅਸੀਂ ਪਾਉਂਦੇ ਆ ਨਾ, ਘਿਓ ਪਾਉਣ ਦਾ ਮਤਲਬ ਹੈ ਕਿ ਇੰਨਾ ਐਕਸਟਰਾ ਘਿਓ ਹੋਏਗਾ ਜੀ, ਉਹ ਪ੍ਰਸ਼ਾਦ ਜਿਹੜਾ ਹੈ ਉਹਨੇ ਸਾਰਾ ਦਿਨ ਉੱਥੇ ਲਾਸਟ ਕਰਨਾ ਹੈ ਰਾਈਟ। ਕਿਉਂਕਿ ਤੁਸੀਂ ਜਦੋਂ ਇੱਕ ਵਾਰੀ ਸਵੇਰੇ ਪ੍ਰਸ਼ਾਦ ਬਣਾ ਲਿਆ, ਹੋ ਸਕਦਾ ਸ਼ਾਮ ਨੂੰ ਵੀ ਉੱਥੇ ਗਿਆਨੀ ਜੀ ਪ੍ਰਸ਼ਾਦ ਬਣਾਉਂਦੇ ਹੋਣਗੇ, ਜਿਹੜੀ ਉਹਨਾਂ ਦੀ ਬਣਾਉਣ ਦੀ ਵਿਧੀ ਹੈ ਉਹ ਬਿਲਕੁਲ ਸਾਡੇ ਨਾਲੋਂ ਵੱਖਰੀ ਹੈ। ਉਹ ਪਾਠ ਕਰਕੇ ਬਣਾਉਂਦੇ ਨੇ, ਉਵੇਂ ਅਸੀਂ ਗੱਲ ਕਰਕੇ ਕਰ ਰਹੇ ਹਾਂ, ਤੇ ਅਸੀਂ ਚਾਹ ਰਹੇ ਹਾਂ ਕਿ ਸਾਡੇ ਸਾਰੇ ਦੇਖਣ ਵਾਲੇ ਘਰ ਕੜਾਹ ਪ੍ਰਸ਼ਾਦ ਬਣਾ ਸਕਣ ਜੀ। ਤੇ ਇਸ ਕਰਕੇ ਘਿਓ ਜ਼ਿਆਦਾ ਪਾਣਾ ਜ਼ਰੂਰੀ ਹੈ ਤਾਂ ਕਿ ਉਹ ਲਾਸਟ ਕਰੇ ਸਾਰਾ ਦਿਨ। ਜੀ ਜੀ ਜੀ। ਇਹ ਮੇਰਾ ਆਟਾ ਭੁੰਨ ਗਿਆ ਜੀ ਅੱਛੀ ਤਰ੍ਹਾਂ, ਤੇ ਮੈਂ ਇਸ ਤੋਂ ਜ਼ਿਆਦਾ ਹੋਰ ਨਹੀਂ ਭੁੰਨਣਾ। ਤੇ ਹੁਣ ਤੁਸੀਂ ਦੇਖੋਗੇ ਮੈਂ ਸਾਰਾ ਜਿਹੜਾ ਬਣਾਇਆ ਸੀ ਪਾਣੀ ਵਾਲਾ, ਚੀਨੀ ਤੇ ਪਾਣੀ ਘੋਲ ਕੇ, ਉਹ ਮੈਂ ਇਹਦੇ ਵਿੱਚ ਪਾ ਲਿਆ। ਤੇ ਜਸਜੀਤ ਜੀ, ਇਹ ਤੁਸੀਂ ਜਦ ਜਿੰਨਾ ਆਪਣਾ ਬ੍ਰਾਊਨਿਸ਼ ਕਲਰ ਜਿਹੜਾ ਆਇਆ ਹੈ, ਉਹ ਅਪਰੋਕਸੀਮੇਟਲੀ ਆਪਾਂ ਨੇ ਕਿੰਨੀ ਦੇਰ ਭੁੰਨਿਆ ਹੋਏਗਾ? 5 ਮਿੰਟ? ਆਪਾਂ 5 ਮਿੰਟਸ, ਲਾਈਕ ਇਵਨ ਲੈਸ ਦੈਨ 5 ਮਿੰਟਸ ਜੀ, ਬਸ ਉਹਨਾਂ ਕੋਈ ਭੁੰਨਿਆ ਸੀ। ਪਰ ਤੁਸੀਂ ਇਹ ਵੀ ਦੇਖਣਾ ਹੈ ਕਿ ਮੇਰੀ ਕੁਆਂਟੀਟੀ ਇਸ ਟਾਈਮ ਦੇ ਉੱਪਰ ਇਜ਼ ਓਨਲੀ ਹਾਫ ਅ ਕੱਪ ਜੀ। ਸੋ ਇਸ ਕਰਕੇ ਜਲਦੀ ਭੁੰਨਿਆ ਗਿਆ। ਜੇ ਕੋਈ ਹੋਰ ਜ਼ਿਆਦਾ ਕੁਆਂਟੀਟੀ ਦਾ ਪ੍ਰਸ਼ਾਦ ਬਣਾ ਰਿਹਾ ਹੈ ਤੇ ਫਿਰ ਉਹਦਾ ਹੋ ਸਕਦਾ ਹੈ ਕਿ ਉਹਨੂੰ ਟਾਈਮ ਥੋੜਾ ਜਿਹਾ ਉਸ ਹਿਸਾਬ ਦੇ ਨਾਲ ਦੇਖ ਕੇ ਕਿ ਉਹਦੇ ਆਟੇ ਨੂੰ ਭੁੰਨਣ ਨੂੰ, ਕਿਉਂਕਿ ਤੁਸੀਂ ਭੁੰਨਣਾ ਇਹਨੂੰ ਬਿਲਕੁਲ ਸਿਮਰਿੰਗ ਹੀਟ ਦੇ ਉੱਪਰ ਹੈ। ਤੁਸੀਂ ਇਹਨੂੰ ਬਿਲਕੁਲ ਵੀ ਤੇਜ਼ ਅੱਗ ਤੇ ਨਹੀਂ ਬਣਾਉਣਾ ਜੀ। ਜੇ ਅਸੀਂ ਇਹਨੂੰ ਤੇਜ਼ ਅੱਗ ਤੇ ਬਣਾਇਆ ਤੇ ਬਹੁਤ ਜ਼ਿਆਦਾ ਜਲਦੀ ਫਾਸਟ ਹੋਏਗਾ ਤੇ ਆਟਾ ਕੱਚਾ ਰਹਿ ਜਾਏਗਾ ਜੀ ਜੀ। ਤੇ ਇਹਦੇ ਚ ਆਪਾਂ ਨੇ ਕੋਈ ਮੈਦਾ ਜਾਂ ਹੋਰ ਕੁਝ ਨਹੀਂ ਪਾਣਾ ਹੈਗਾ, ਸਿਰਫ ਆਟੇ ਦਾ ਹੀ ਮੇਨ ਵਿੱਚ ਕੰਮ ਹੈਗਾ। ਬਿਲਕੁਲ ਜੀ, ਅਸੀਂ ਇਹਦੇ ਵਿੱਚ ਕੋਈ ਮੈਦਾ, ਕੋਈ ਨਟਸ, ਕਿਸੇ ਤਰ੍ਹਾਂ ਦੇ ਕੁਝ ਪਾਉਣ ਦੀ ਜ਼ਰੂਰਤ ਨਹੀਂ ਹੈ। ਦਿਸ ਇਜ਼ ਔਨ ਇਟਸ ਓਨ a heavenly kadha prasad। But just on curiosity sake, ਜੇ ਆਪਾਂ ਥੋੜਾ ਜਿਹਾ ਡਰਾਈ ਫਰੂਟਸ ਪਾਣਾ ਚਾਹੇ ਤਾਂ ਆਪਾਂ ਪਾ ਸਕਦੇ ਹਾਂ ਇਸ ਕਿ ਨਹੀਂ? ਅੰਮ੍ਰਿਤ ਜੀ, ਮੈਂ ਕਦੀ ਡਰਾਈ ਫਰੂਟਸ ਕੜਾਹ ਪ੍ਰਸ਼ਾਦ ਦੇ ਵਿੱਚ ਨਹੀਂ ਪਾਉਂਦੀ, ਬਟ ਹਾਂਜੀ, if you like it you can definitely serve along with it। ਉਹ ਥੋੜੀ ਜਿਹੀ ਤੁਹਾਨੂੰ
फीलिंग भी दे देगा हेल्थी वाली आई गेस बट हाँ जी बट जे मैं बनावा ना सूजी ਦਾ ਹਲਵਾ ਅੱਛਾ ਉਹਦੇ ਵਿੱਚ ਤੇ ਮੈਂ ਬਹੁਤ ਸਾਰੇ ਨਟਸ ਪਾਉਂਦੀ ਆ ਉਹਦੇ ਵਿੱਚ ਨਟਸ ਦੇ ਨਾਲ ਰੇਜ਼ਨਸ ਵੀ ਪੈਂਦੇ ਨੇ ਉਹ ਬਿਲਕੁਲ ਉਹਦਾ ਵੀ ਸੇਮ ਤੁਸੀਂ ਐਂਜੀ ਲਗਾ ਲਓ ਪਰ ਉਹਦੇ ਵਿੱਚ ਜਿਹੜਾ ਪਾਣੀ ਹੈ ਉਹ 4 ਗੁਣਾ ਪੈਂਦਾ ਹੈ ਉਹ ਆਪਾਂ ਫਿਰ ਕਿਸੇ ਦਿਨ ਮੇਬੀ ਸੂਜੀ ਦਾ ਹਲਵਾ ਵੀ ਬਣਾ ਸਕਦੇ ਉਹ ਆਪਾਂ ਜੀ ਬਿਲਕੁਲ ਪਰ ਫਿਲਹਾਲ ਲੈਟਸ ਜਸਟ ਕਨਸੈਂਟਰੇਟ ਕਿਉਂਕਿ ਇਹ ਜਿਹੜਾ ਤੁਸੀਂ ਮੈਨੂੰ ਕੁਐਸਚਨ ਪੁੱਛਿਆ ਸੀ ਨਟਸ ਵਾਲਾ ਉਹਦਾ ਆਨਸਰ ਇਹ ਹੈ ਕਿ ਇਫ ਯੂ ਰੀਅਲੀ ਵਾਂਟ ਟੂ ਮੇਕ ਇਟ ਯੂ ਕੈਨ ਡੂ ਦੈਟ ਤੁਸੀਂ ਨਟਸ ਪਾ ਸਕਦੇ ਹੋ ਪਰ ਜਦੋਂ ਇਹ ਹੁਣ ਸਟੇਜ ਤੇ ਆ ਗਿਆ ਨਾ ਅਸੀਂ ਇਸ ਵੇਲੇ ਮੈਂ ਸਿਰਫ ਚਾਹ ਰਹੀ ਹਾਂ ਕਿ ਇਹ ਸਾਈਡਸ ਛੋੜਨੀਆਂ ਸ਼ੁਰੂ ਕਰ ਦੇ ਔਰ ਇਹਦੇ ਵਿੱਚ ਮੈਨੂੰ ਘਿਓ ਸੈਪਰੇਸ਼ਨ ਦਿਖਣ ਲੱਗ ਜੇ ਮੈਨੂੰ ਘਿਓ ਸਾਈਡਸ ਤੇ ਆਂਦਾ ਹੋਇਆ ਨਜ਼ਰ ਆਏ ਅੱਛਾ ਜਿਵੇਂ ਮੈਨੂੰ ਨਜ਼ਰ ਆਏਗਾ then that means ਕਿ ਮੇਰਾ ਪ੍ਰਸ਼ਾਦ ਰੈਡੀ ਹੈ ਜੀ ਬਿਲਕੁਲ ਕਲਰ ਤਾਂ ਬਹੁਤ ਵਧੀਆ ਆ ਰਿਹਾ ਹੈਗਾ ਜੀ ਅਰੇ ਕਲਰ ਵੀ ਬਹੁਤ ਪਿਆਰਾ ਹੈ ਤੇ ਅਮਨੇ ਜੀ ਆਈ ਰੀਅਲੀ ਵਿਸ਼ ਕਿ ਮੈਂ ਤੁਹਾਨੂੰ ਟੇਸਟ ਕਰਾ ਸਕਦੀ ਔਰ ਜਿਹੜੇ ਸਾਰੇ ਦੇਖਣ ਵਾਲੇ ਨੇ ਉਹਨਾਂ ਸਾਰਿਆਂ ਦੇ ਨਾਲ ਇਹ ਪ੍ਰਸ਼ਾਦ ਸ਼ੇਅਰ ਕਰ ਸਕਦੀ ਪਰ ਮੈਂ ਹੁਣ ਤੁਹਾਡਾ ਸਭ ਦਾ ਨਾਮ ਲੈ ਕੇ ਖਾ ਲੈਣਾ ਬਿਲਕੁਲ ਤਾਂ ਮੈਂ ਇੱਕ ਲੈਣਾ ਹੱਥ ਦੇ ਵਿੱਚ ਸੋ ਮੈਂ ਕਹਿਣਾ ਹੈ ਅਮਰਿਤ ਜੀ ਦੇ ਨਾਮ ਦਾ ਹੈ ਪੰਜਾਬੀ ਨੈਸ਼ਨਲ ਟੀਵੀ ਦੇ ਨਾਮ ਦਾ ਹੈ ਨਾ ਤੇ ਇਹ ਸਾਰੀ ਆਡੀਅנס ਦੇ ਨਾਮ ਦਾ ਥੈਂਕ ਯੂ ਸੋ ਮਚ ਬਟ ਇਹੀ ਹੈਗਾ ਕਿ ਵਾਹਿਗੁਰੂ ਸਾਹਿਬ ਤੇ ਮਿਹਰ ਰੱਖੇ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਜਿਹੜੇ ਤਿਉਹਾਰ ਨੇ ਆਪਣੇ ਹਰ ਇੱਕ ਕਲਚਰ 'ਚ ਡਿਫਰੈਂਟ ਤਿਉਹਾਰ ਹੁੰਦੇ ਨੇ ਬਟ ਵਿਸਾਖੀ ਇਜ਼ ਵਨ ਆਫ ਦੀ ਮੇਨ ਜਿਹੜਾ ਤਿਉਹਾਰ ਹੈਗਾ ਜਿਹੜੀ ਦੁਨੀਆ ਭਰ 'ਚ ਮਨਾਇਆ ਜਾਂਦਾ ਜਿੱਥੇ ਵੀ ਪੰਜਾਬੀ ਵੱਸਦੇ ਨੇ ਤੇ ਚਾਹੇ ਉਹ ਵੱਡਾ ਦੇਸ਼ ਹੋਵੇ USA ਜਾਂ ਕੈਨੇਡਾ ਜਾਂ ਫਿਰ ਇੱਕ ਛੋਟਾ ਜਿਹੀ ਕੰਟਰੀ ਹੋਵੇ ਚਾਹੇ ਕੋਈ ਅਫਰੀਕਾ ਦੀ ਜਾਂ ਜਿੱਥੇ ਵੀ ਆਪਣੇ ਪੰਜਾਬੀ ਵੱਸਦੇ ਨੇ ਉੱਥੇ ਇਹ ਕੜਾ ਪ੍ਰਸ਼ਾਦ ਤੁਹਾਨੂੰ ਜ਼ਰੂਰ ਗੁਰਦੁਆਰੇ ਗੁਰੂ ਘਰ 'ਚ ਮਿਲੇਗਾ ਇੱਕ ਬਹੁਤ ਹੀ ਨੋਨ ਰਾਈਟਰ ਹੈਗੇ ਨੇ ਵਾਲੀਆ ਸਾਹਿਬ ਇੰਡੀਆ ਤੋਂ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਕਿਤਾਬ ਲਿਖੀ ਹੈ ਗੁਰਦੁਆਰਿਆਂ ਉੱਤੇ ਗੁਰੂ ਘਰਾਂ ਉੱਤੇ ਕਿਤਾਬ ਲਿਖ ਰਹੇ ਨੇ ਤੇ ਉਹਨਾਂ ਨੇ ਕਿਤਾਬ ਪਬਲਿਸ਼ ਕੀਤੀ ਗੁਰਦੁਆਰਾਸ ਇਨ ਅਫਰੀਕਾ ਤੇ ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਕਿਹਾ ਕਿ ਬਹੁਤ ਛੋਟਾ ਜਿਹਾ ਪਿੰਡ ਇੱਕ ਅਫਰੀਕਾ 'ਚ ਜਿੱਥੇ ਕਿਉਂਕਿ ਕਾਫੀ ਉੱਥੇ ਪੰਜਾਬੀ ਹੈਗੇ ਨੇ ਉਹਨਾਂ ਦੀ ਸ਼ੂਗਰ ਕੇਨ ਦੀ ਖੇਤੀ ਹੈਗੀ ਆ ਗੰਨਿਆਂ ਦੀ ਤੇ ਉੱਥੇ ਵੀ ਉਹਨਾਂ ਨੇ ਇੱਕ ਗੁਰੂ ਘਰ ਬਣਾਇਆ ਹੋਇਆ ਜਿਹੜਾ ਸੰਡੇ ਦੇ ਸੰਡੇ ਜਿਹੜੇ ਵੀ ਉੱਥੇ ਲੰਗਰ ਵਰਤਾਇਆ ਜਾਂਦਾ ਹੈਗਾ ਤੇ ਉੱਥੇ ਆ ਕੇ ਜਿਹੜੇ ਉੱਥੇ ਦੇ ਵਰਕਰਸ ਹੈਗੇ ਲੋਕਲ ਉੱਥੇ ਦੇ ਨਿਵਾਸੀ ਅਫਰੀਕਾ ਦੇ ਨਿਵਾਸੀ ਛੋਟੀ ਜਿਹੀ ਕੰਟਰੀ ਦੇ ਛੋਟੇ ਜਿਹੇ ਇੱਕ ਸ਼ਹਿਰ ਵਿੱਚ ਉਹ ਵੀ ਆ ਕੇ ਉੱਥੇ ਕੜਾ ਪ੍ਰਸ਼ਾਦ ਤੇ ਲੰਗਰ ਖਾਂਦੇ ਹੈ ਠੀਕ ਹੈ ਜੀ ਐਂਡ that is such a good thing I think ਇਹ ਜਿਹੜੀ ਸਾਡੀ ਇੱਕ ਕਾਈਂਡਨੈਸ ਅਸੀਂ ਕਹਿ ਸਕਦੇ ਹਾਂ ਇੱਕ ਜਿਹੜਾ ਇਹ ਚੱਲੀ ਆ ਰਹੀ ਪ੍ਰਥਾ ਜਿਹੜੀ ਗੁਰੂ ਜੀ ਨੇ ਸ਼ੁਰੂ ਕੀਤੀ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਨਾਲ ਦੇ ਨਾਲ ਦੇਖੋ ਕੜਾ ਪ੍ਰਸ਼ਾਦ ਤੇ ਮਿਲਦਾ ਹੀ ਹੈ ਗੁਰਦੁਆਰੇ ਦੇ ਵਿੱਚ ਪਰ ਜਿਹੜਾ ਉਹ ਇਸ ਉਪਰਾਲੇ ਨੂੰ ਇੰਨਾ ਜ਼ਿਆਦਾ ਕਰ ਰਹੇ ਨੇ I think it's really commendable ਜੀ ਬਿਲਕੁਲ ਤੇ ਆਈ ਥਿੰਕ ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ ਸਿੱਖ ਹੈਗੇ ਆ ਤਾਂ ਆਪਾਂ ਉਹਦੀ ਕੋਈ ਪੜ੍ਹਾਈ ਕਰੀਏ ਜੇ ਬਾਬਾ ਜੀ ਨੇ ਕਦੇ ਸਾਨੂੰ ਸਿਖਾਇਆ ਨਹੀਂ ਲੇਕਿਨ ਆਪਾਂ ਇਹ ਵੀ ਕੈਨ ਸੇ ਵਿਦ ਪ੍ਰਾਊਡ ਕਿ ਕੋਈ ਵੀ ਕਿਸੇ ਵੀ ਧਰਮ ਦਾ ਬੰਦਾ ਕਿਸੇ ਵੀ ਕਲਚਰ ਦਾ ਬੰਦਾ ਜੇ ਗੁਰੂ ਘਰ ਜਾਂਦਾ ਹੈ ਕਿਸੇ ਵੀ ਸਟੇਟਸ ਦਾ ਬੰਦਾ ਚਾਹੇ ਉਹ ਬਹੁਤ ਗਰੀਬ ਜਾਂ ਬਹੁਤ ਅਮੀਰ ਹੈਗਾ ਸਭ ਨੂੰ ਇੱਕੋ ਤਰੀਕੇ ਨਾਲ ਲੰਗਰ ਵਰਤਾਇਆ ਜਾਂਦਾ ਹੈਗਾ ਸਭ ਨੂੰ ਇੱਕ ਸਮਾਨ ਸਮਝਿਆ ਜਾਂਦਾ ਹੈਗਾ ਸਭ ਨੂੰ ਇੱਕੋ ਥਾਂ ਤੇ ਬੈਠ ਕੇ ਇਹ ਲੰਗਰ ਜੇ ਉੱਥੇ ਵਰਤਾਇਆ ਜਾ ਰਿਹਾ ਤੇ ਇਹ ਕਿਹਾ ਜਾਂਦਾ ਕਿ ਬਈ ਤੁਸੀਂ ਬੈਠ ਕੇ ਆਰਾਮ ਨਾਲ ਛਕੋ ਤੇ ਕੋਈ ਭੇਦਭਾਵ ਕਿਸੇ ਤਰ੍ਹਾਂ ਦਾ ਆਪਣੇ ਗੁਰੂ ਘਰ 'ਚ ਕਦੇ ਦੇਖਣ ਨੂੰ ਜਾਂ ਸੁਣਨ 'ਚ ਨਹੀਂ ਆਇਆ ਦੁਨੀਆ ਭਰ 'ਚ ਆਪਣੇ ਗੁਰੂ ਘਰ ਹੈਗੇ ਨੇ ਬਿਲਕੁਲ ਜੀ ਔਰ ਅਮਰਿਤ ਜੀ ਬਿਲਕੁਲ ਠੀਕ ਕਹਿ ਰਹੇ ਹੋ ਲੰਗਰ ਦੇ ਵਿੱਚ ਕੋਈ ਊਚ ਨੀਚ ਨਹੀਂ ਹੈ ਲੰਗਰ ਦੇ ਵਿੱਚ ਕੋਈ ਰਾਜਾ ਨਹੀਂ ਹੈ ਤੇ ਕੋਈ ਰੰਕ ਨਹੀਂ ਹੈ ਮਤਲਬ ਐਵਰੀਵਨ ਇੱਕੋ ਹੀ ਲੈਵਲ ਦੇ ਉੱਪਰ ਸਭ ਨੂੰ ਇੱਕ ਸਮਾਨ ਸਾਰੇ ਨਾਲ ਬੈਠ ਕੇ ਥੱਲੇ ਛਕਦੇ ਨੇ ਲੰਗਰ ਆਰਾਮ ਨਾਲ ਔਰ ਤੁਸੀਂ ਇਹ ਸਭ ਤੋਂ ਅਮੇਜ਼ਿੰਗ ਗੱਲ ਹੈ ਅਮਰਿਤ ਜੀ ਕਿ ਜਿਹੜਾ ਅਸੀਂ ਦੇਖਦੇ ਹਾਂ ਵੋਲੰਟੀਅਰਸ ਨੇ ਸਾਰੇ ਵੋਲੰਟੀਅਰ ਜੀ ਹਾਂਜੀ ਔਰ ਇਹ ਜਿਹੜਾ ਅਸੀਂ ਪ੍ਰਸ਼ਾਦ ਵੀ ਦੇਖੋ ਬਣਾਉਂਦੇ ਹਾਂ ਉੱਥੇ ਜਾ ਕੇ ਤੇ ਕਈ ਵਾਰੀ ਖੁਦ ਲੋਕ ਹੀ ਜਾ ਕੇ ਪ੍ਰਸ਼ਾਦ ਬਣਾਉਂਦੇ ਨੇ ਹਰ ਇੱਕ ਦੀ ਆਪਣੀ ਇੱਕ ਸ਼ਰਧਾ ਹੁੰਦੀ ਹੈ ਉਹ ਪ੍ਰਸ਼ਾਦ ਦੇ ਵਿੱਚ ਆਉਂਦੀ ਹੈ ਜਿਹੜਾ ਗਿਆਨੀ ਜੀ ਸਾਨੂੰ ਪ੍ਰਸ਼ਾਦ ਬਣਾ ਕੇ ਦਿੰਦੇ ਨੇ ਉਹ ਇੱਕ ਹੋਰ ਜਿਹੜੀ ਹੈ ਉਹ ਫੇਥ ਦੇ ਉੱਪਰ ਬੇਸਡ ਹੈ
ਜੀ ਸੋ ਬਿਲਕੁਲ ਇਸ ਕਰਕੇ ਕੜਾਹ ਪ੍ਰਸ਼ਾਦ ਦਾ ਸਵਾਦ ਹਮੇਸ਼ਾ ਡਿਫਰੈਂਟ ਹੀ ਹੋਏਗਾ ਹਰ ਇੱਕ ਦੇ ਹੱਥ ਦਾ। ਜੀ ਸੋ ਜਦੋਂ ਤੁਸੀਂ ਮੇਰੇ ਹੱਥ ਦਾ ਖਾਓਗੇ ਖੈਰ ਉਹ ਤੇ ਤੁਹਾਨੂੰ ਬੈਸਟ ਹੀ ਲੱਗੇਗਾ। I'm just kidding with you, but I think everyone will make best। ਮੈਨੂੰ ਆਟਾ ਜ਼ਿਆਦਾ ਭੁੰਨਿਆ ਅੱਛਾ ਲੱਗਦਾ ਹੈ, ਸੋ ਤੁਸੀਂ ਜੇ ਇਸ ਤੋਂ ਘੱਟ ਵੀ ਕਰਨਾ ਚਾਹੁੰਦੇ ਹੋ ਕਲਰ ਦੇ ਵਿੱਚ ਜੀ। you can, but I like to have ਬਿਲਕੁਲ ਭੁੰਨਿਆ ਹੋਇਆ ਆਟਾ। ਜੀ ਸੋ ਜੀ ਮੇਰਾ ਆਟਾ ਦਾ ਕਲਰ ਇਸ ਕਰਕੇ ਇੰਜ ਦਾ ਹੋਇਆ। ਔਰ ਇੱਕ ਗੱਲ ਹੋ ਰਹੀ ਕਿ ਆਟਾ ਹਰ ਕੋਈ ਜਿਹੜਾ ਲੈ ਕੇ ਆਉਂਦਾ ਉਹ ਬ੍ਰਾਂਡ ਵੀ ਡਿਫਰੈਂਟ ਹੁੰਦਾ ਹੈ। ਜਿਹੜਾ ਆਟਾ ਹੁੰਦਾ ਹੈ ਮੋਸਟਲੀ ਜਿਹੜਾ ਅਸੀਂ ਇਹਦੇ ਚ ਯੂਜ਼ ਕਰਦੇ ਹਾਂ ਉਹਦਾ ਛਾਨ ਥੋੜਾ ਮੋਟੇ ਵਾਲਾ ਹੁੰਦਾ ਹੈ, ਸੋ ਜੀ। ਉਹ ਇਸਤੇਮਾਲ ਕਰੋ ਤੇ ਬੈਟਰ ਹੈ। ਪਰ ਜਿਹੜਾ ਆਟਾ ਘਰ ਦੇ ਵਿੱਚ ਹੈ ਇਟ ਇਜ਼ ਪਰਫੈਕਟਲੀ ਫਾਈਨ, ਤੁਸੀਂ ਉਹਨੂੰ ਯੂਜ਼ ਕਰਕੇ ਇਹਨੂੰ ਕੜਾਹ ਪ੍ਰਸ਼ਾਦ ਨੂੰ ਬਣਾ ਸਕਦੇ ਹੋ। ਜਸੀ ਜੀ ਮੈਂ ਵੀ ਥੋੜਾ ਜਿਹਾ ਟੈਕਨੀਕਲ ਜਿਹਾ ਹੋ ਗਿਆ, ਕਾਫੀ ਸਾਰੇ ਸ਼ੈਫ ਦੇ ਨਾਲ ਮੇਰੀ ਗੱਲਬਾਤ ਹੁੰਦੀ ਹੈ ਤੇ ਇਹ ਜਿਹੜੀ ਤੁਸੀਂ ਇਹ ਆਂਚ ਰੱਖੀ ਹੋਈ ਹੈ ਇਹਦੀ ਆਪਣੀ ਜਿਹੜਾ ਲੈਵਲ ਰੱਖਿਆ ਹੋਇਆ ਹੈ ਹੀਟ ਦਾ, ਇਹ ਕਿੰਨਾ ਹੈਗਾ? ਮਤਲਬ ਕਿ ਤੇਲ ਤੇ ਪਕਾਣਾ ਹੈ, ਦੋ ਤੇ ਪਕਾਣਾ ਹੈ? ਹਾਂਜੀ, ਆਈ ਵਾਂਟਡ ਟੂ ਸ਼ੋ ਯੂ। ਪਰ ਦੇਖੋ ਜਿਵੇਂ ਮੇਰਾ ਇੱਥੇ ਜਾਣਾ ਨਾ, ਮੈਂ ਇਹਨੂੰ ਬਿਲਕੁਲ ਲੋ ਦੇ ਉੱਪਰ ਹੈ, ਮੇਰਾ ਇਸ ਵੇਲੇ ਹਾਈ ਨਹੀਂ ਹੈ। ਇਟ ਸ਼ੁੱਡ ਬੀ ਔਨ ਯੋਰ ਬਿਲਕੁਲ ਲੋ। ਹਾਂਜੀ, ਮਤਲਬ ਤੁਸੀਂ ਪ੍ਰਸ਼ਾਦ ਨੂੰ ਕਦੀ ਵੀ ਹਾਈ ਮੀਡੀਅਮ ਹੀਟ ਤੇ ਨਹੀਂ ਬਣਾਉਣਾ, ਹਮੇਸ਼ਾ ਲੋ ਹੀਟ ਤੇ ਹੀ ਬਣਦਾ ਹੈ। ਜੀ ਜੀ, ਜਲਦਬਾਜ਼ੀ ਨਹੀਂ ਕਰਨੀ, ਹਮੇਸ਼ਾ ਜਲਦਬਾਜ਼ੀ ਤੇ ਬਿਲਕੁਲ ਨਹੀਂ ਕਰਨੀ। ਮਤਲਬ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਫੇਰੀ ਜਾ ਰਿਹਾ, ਮੈਂ ਘੁਮਾਈ ਜਾ ਰਿਹਾ ਕੜਛੀ ਤੇ ਬਹੁਤ ਟਾਈਮ ਲੱਗ ਰਿਹਾ, ਕੋਈ ਗੱਲ ਨਹੀਂ, ਰੱਬ ਦਾ ਨਾਮ ਲੈ ਸਕਦੇ ਹਾਂ ਅਸੀਂ ਉਸ ਵੇਲੇ। ਬਿਲਕੁਲ 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 ਵਾਹਿਗੁਰੂ ਵਾਹਿਗੁਰੂ ਕਰ ਸਕਦੇ ਹੋ, ਜਾਂ ਜਿਹੜਾ ਵੀ ਰਿਲੀਜਨ ਹੈ ਜੋ ਵੀ ਤੁਸੀਂ ਬੋਲਦੇ ਹੋ ਯੂ ਕੈਨ ਸੇ ਦੈਟ। ਔਰ ਮੈਨੂੰ ਲੱਗਦਾ ਹੈ ਕਿ ਅਸੀਂ ਜਦੋਂ ਵੀ ਉਸ ਭਗਤੀ ਦੇ ਨਾਲ ਜਾਂ ਉਸ ਸ਼ਰਧਾ ਦੇ ਨਾਲ ਪ੍ਰਸ਼ਾਦ ਬਣਾਵਾਂਗੇ ਨਾ ਅੰਮ੍ਰਿਤ ਜੀ, ਤੇ ਮੈਨੂੰ ਲੱਗਦਾ ਉਹਦੇ 'ਚ ਬਹੁਤ ਸਾਰਾ ਪਿਆਰ ਪੈ ਜਾਣਾ। ਸੋ ਇਟ ਵਿਲ ਬੀ ਬਿਲਕੁਲ ਇੰਜ ਲੱਗੇਗਾ ਕਿ ਤੁਹਾਨੂੰ ਲੱਗੇਗਾ ਕਿ ਮੈਂ ਤੇ ਰੋਜ਼ ਹੀ ਪ੍ਰਸ਼ਾਦ ਬਣਾ ਲਾਂ। ਮਤਲਬ ਜੇ ਮੇਰੇ ਵਰਗਾ ਸਵੀਟ ਟੂਥ ਹੈ ਤੁਸੀਂ ਰੋਜ਼ ਹੀ ਬਣਾ ਲੋਗੇ। ਸੋ ਆਈ ਵਾਂਟ ਟੂ ਸ਼ੋ ਯੂ ਹੇਅਰ। ਇਹ ਦੇਖੋ ਜੀ, ਜਿਵੇਂ ਮੈਂ ਕਹਿ ਰਹੀ ਸੀ ਨਾ ਕਿ ਇਹਦਾ ਘਿਓ ਸਾਰਾ ਸੈਪਰੇਟ ਹੋ ਜਾਣਾ ਚਾਹੀਦਾ ਹੈ। ਜੀ ਜੀ ਜੀ, ਤੁਸੀਂ ਦੇਖ ਸਕਦੇ ਹੋ ਪੂਰਾ ਪੈਨ ਦੇ ਵਿੱਚ ਇਸ ਵੇਲੇ ਮੇਰਾ ਘਿਓ ਬਿਲਕੁਲ ਸੈਪਰੇਟ ਹੋ ਗਿਆ ਹੈ। ਆਈ ਕੈਨ ਸੀ ਬਿਲਕੁਲ ਚਮਕ ਆ ਗਈ ਹੈ, ਘਿਓ ਦਿਖ ਰਿਹਾ। ਜਿਵੇਂ ਮੈਂ ਤੁਹਾਨੂੰ ਕਿਹਾ ਸੀ, ਹੱਥਾਂ ਤੇ ਜੇ ਘਿਓ ਨਾ ਲੱਗਿਆ ਤੇ ਕੀ ਪ੍ਰਸ਼ਾਦ ਬਣਿਆ? ਕੀ ਬਾਤ, ਬਿਲਕੁਲ। ਅਸੀਂ ਪ੍ਰਸ਼ਾਦ ਬਣਾਉਣਾ ਜਿਹੜਾ ਸਾਡੇ ਹੱਥਾਂ ਦੇ ਉੱਪਰ ਲੱਗੇ। ਮੈਂ ਇਹਨੂੰ ਪਲਟਨੀ ਆ ਸੋ ਆਈ ਕੈਨ ਸ਼ੋ ਯੂ, ਗਿਵ ਮੀ 1 ਸੈਕਿੰਡ। ਔਰ ਤੁਹਾਨੂੰ ਇਸ ਜਦੋਂ ਮੈਂ ਪਲੇਟ ਦੇ ਵਿੱਚ ਪਾਵਾਂਗੀ ਤਾਂ ਤੁਹਾਨੂੰ ਘਿਓ ਹੋਰ ਵੀ ਅੱਛੀ ਤਰ੍ਹਾਂ ਦਿਖੇਗਾ। ਦੇਖੋ ਅੰਮ੍ਰਿਤ ਜੀ, ਦਿਲ ਕਰ ਰਿਹਾ ਨਾ ਖਾਣ ਵਾਸਤੇ। ਜੀ ਕੀ ਬਾਤ ਹੈ। You have to just come from this camera and come and have it. So ਦੇਖੋ, ਅਰੇ ਦੇਖੋ ਜੀ, that's amazing। ਦੇਖੋ ਘਿਓ ਜਿਹੜਾ ਹੈਗਾ ਨਾ, ਇਹ ਇਹਦੀ ਸਭ ਤੋਂ USP ਹੈਗੀ ਹੈ। ਇਹ ਜਿਹੜਾ ਘਿਓ ਦਿਖ ਰਿਹਾ ਹੈਗਾ ਅਲੱਗ ਤੋਂ, ਇਹ ਮੈਂ ਕਹਿੰਦਾ ਵਾਹਿਗੁਰੂ ਦੀ ਆਸ਼ੀਰਵਾਦ ਹੈਗਾ, ਵਾਹਿਗੁਰੂ ਦੀ ਮਿਹਰ ਹੈਗੀ ਹੈ that ਇਹ ਸਾਨੂੰ ਅੱਜ ਇਹ ਕੜਾਹ ਪ੍ਰਸ਼ਾਦ ਵਰਤਨ ਦਾ ਮੌਕਾ ਮਿਲੇਗਾ ਤੇ ਅਸੀਂ ਵਿਸਾਖੀ ਦਾ ਜਿਹੜਾ ਇਹ ਅਮੇਜ਼ਿੰਗ ਤਿਉਹਾਰ ਹੈਗਾ ਆਪਾਂ ਮਿਲ ਕੇ ਮਨਾਵਾਂਗੇ। ਬਿਲਕੁਲ ਜੀ। ਔਰ ਅੰਮ੍ਰਿਤ ਜੀ ਜਦੋਂ ਵੀ ਸਰਵ ਹੁੰਦਾ ਹੈ, ਮਤਲਬ ਇਟਸ ਵਨ ਵੇ ਆਫ ਡੂਇੰਗ ਇਟ ਕਿ ਮੈਂ ਕਿ ਚਲੋ ਇਹਨੂੰ ਹੁਣ ਆਪਾਂ ਐਜ਼ ਅ ਡਿਜ਼ਰਟ ਦਿਖਾਇਆ ਹੈ, ਬਟ ਇਫ ਯੂ ਰੀਅਲੀ ਫੀਲ ਕਿ ਉਸ ਗੱਲ ਤੇ ਹੋਣਾ ਚਾਹੀਦਾ ਤੇ ਫਿਰ ਫੇਸ, ਮਤਲਬ ਮੈਂ ਵੈਸੇ ਜੇ ਬਣਾਵਾਂ ਰਿਲੀਜੀਅਸ ਉਹਦੇ ਤੇ ਫੇਸ ਹਮੇਸ਼ਾ ਐਂਡ ਤੁਸੀਂ ਆਪਣਾ ਸਿਰ ਤੇ ਦੁਪੱਟਾ ਲੈ ਕੇ ਤੇ ਫਿਰ ਤੁਸੀਂ ਬਣਾਉਣਾ ਹੈ। ਹੁਣੇ ਗਰਮ ਬਹੁਤ ਹੈ, ਨਹੀਂ ਤਾਂ ਮੈਂ ਹੱਥ ਦੇ ਉੱਪਰ ਤੁਹਾਨੂੰ ਲੈ ਕੇ ਵੀ ਦਿਖਾ ਦੇਣਾ ਸੀ ਕਿ ਹੱਥ ਦੇ ਨਾਲ ਖਾਣ ਦਾ ਜਿਹੜਾ ਸਵਾਦ ਹੈ, ਬਿਲਕੁਲ that is like ਮਤਲਬ amazing ਤੋਂ ਵੀ ਕੋਈ ਹੋਰ ਵਰਡ ਉੱਪਰ ਕਹਿ ਲਓ ਤੇ ਉਹ ਹੈ। ਨਹੀਂ, I totally agree with you। ਤੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਸਾਨੂੰ ਦਿਖਾਇਆ। ਬਹੁਤ ਈਜ਼ੀ ਹੈਗੀ ਰੈਸਪੀ, ਕੋਈ ਜ਼ਿਆਦਾ ਵੱਡੀ ਕੁਝ ਆਪਾਂ ਨੂੰ ਬਹੁਤ ਸਾਰੀ ਚੀਜ਼ਾਂ ਨਹੀਂ ਚਾਹੀਦੀਆਂ, ਸਿਰਫ ਥੋੜਾ ਜਿਹਾ ਟਾਈਮ ਕੱਢਣਾ ਹੈਗਾ। 15 ਮਿੰਟ ਤੇ ਆਰਾਮ ਨਾਲ ਆਪਾਂ ਬਾਬਾ ਜੀ ਦਾ ਪ੍ਰਸ਼ਾਦ ਜਿਹੜਾ ਹੈਗਾ ਆਪਣੇ ਘਰ 'ਚ ਬਣਾ ਕੇ ਬਾਬਾ ਜੀ ਦਾ ਭੋਗ ਲਾ ਕੇ ਤੇ ਫਿਰ ਆਪਾਂ ਸਭ ਨੂੰ ਵੰਡ ਸਕਦੇ ਹਾਂ। ਬਿਲਕੁਲ ਦੇਖ ਸਕਦੇ ਹੋ। ਅੰਮ੍ਰਿਤ ਜੀ ਪ੍ਰਸ਼ਾਦ ਵਾਂਗੂ ਵੀ ਖਾ ਸਕਦੇ ਹੋ। ਜੇ ਤੁਹਾਨੂੰ ਲੱਗਦਾ ਹੈ ਕਿ ਓਕੇ ਅੱਜ ਮੇਰਾ ਦਿਲ ਕਰ ਰਿਹਾ, ਕਈ ਵਾਰੀ ਬਾਰਿਸ਼ ਹੋ ਰਹੀ ਹੁੰਦੀ ਹੈ ਨਾ ਤੇ ਆਪਾਂ ਖੀਰ ਪੂੜੇ ਤੇ ਦੂਜੇ ਹਲਵਿਆਂ ਤੇ ਜਾਂਦੇ ਆ, ਵਾਈ ਨਾਟ ਮੇਕ ਕੜਾਹ ਪ੍ਰਸ਼ਾਦ ਕਰਕੇ। ਜੀ ਬਿਲਕੁਲ। this is again as you said, ਜੇ ਉਹ ਸਾਰਾ ਉਵੇਂ ਕਰਕੇ ਕਰੀਏ ਤੇ ਯੈਸ, ਭੋਗ ਲਗਵਾ ਕੇ ਪ੍ਰੋਪਰ ਪਾਠ ਕਰਕੇ ਬਣਾਇਆ ਜਾਏ, ਬਾਬਾ ਜੀ ਦਾ ਰੱਬ ਦਾ ਜਿਹੜਾ ਆਸ਼ੀਰਵਾਦ ਹੈ ਉਹ ਇਹਦੇ ਵਿੱਚ ਆਏਗਾ। ਔਰ ਜਿਵੇਂ ਤੁਸੀਂ ਕਿਹਾ ਬਿਲਕੁਲ ਸਿੰਪਲ
4 ਇੰਗਰੀਡੀਐਂਟਸ ਦੇਖੋ, ਹੋਰ ਕੁਝ ਨਹੀਂ ਚਾਹੀਦਾ। ਪਾਣੀ ਤੇ ਹਮੇਸ਼ਾ ਮਿਲਦਾ ਹੀ ਮਿਲਦਾ ਹੈ ਸਭ ਨੂੰ, ਪਾਣੀ ਦੀ ਅਵੇਲੇਬਿਲਿਟੀ ਹੁੰਦੀ ਹੈ। ਸਿਰਫ ਆਪਾਂ ਨੂੰ ਸ਼ੂਗਰ, ਆਟਾ ਤੇ ਘਿਓ ਬਹੁਤ ਜ਼ਿਆਦਾ। ਤੇ ਇੱਕ ਵਾਰ ਤੁਸੀਂ ਜ਼ਰਾ ਦੁਬਾਰਾ ਸਾਨੂੰ ਰੈਸਪੀ ਦੱਸ ਦਿਓ ਤੇ ਕੀ ਤੁਸੀਂ ਸਟੈਪ ਲਏ ਸੀਗੇ ਸੋ ਦੈਟ ਇੱਕ ਰੀਵੈਂਪ ਹੋ ਜਾਏਗਾ। ਹਾਂਜੀ ਸ਼ੋਰ। ਸੋ ਮੈਂ ਲਿਆ ਅੱਧਾ ਕੱਪ ਘਿਓ, ਅੱਧਾ ਕੱਪ ਚੀਨੀ, ਅੱਧਾ ਕੱਪ ਆਟਾ ਤੇ 1.5 ਕੱਪ ਪਾਣੀ। ਜੀ। ਤੇ ਜਦੋਂ ਮੈਂ ਇਹਨੂੰ ਪ੍ਰੋਸੈਸ ਨੂੰ ਸ਼ੁਰੂ ਕੀਤਾ, ਮੈਂ ਪਾਣੀ ਦੇ ਵਿੱਚ ਚੀਨੀ ਨੂੰ ਘੋਲ ਕੇ ਇੱਕ ਸਾਈਡ ਦੇ ਉੱਪਰ ਪਾਣੀ ਨੂੰ ਬੋਇਲ ਕਰ ਲਿਆ। ਤੇ ਪਾਣੀ ਨੂੰ ਮੈਂ ਸਿਰਫ ਬੋਇਲ ਹੀ ਕੀਤਾ, ਮੈਂ ਕੋਈ ਚਾਸ਼ਨੀ ਨਹੀਂ ਬਣਾਈ। ਠੀਕ ਹੈ ਜੀ। ਜਦੋਂ ਸ਼ੂਗਰ ਘੁਲ ਗਈ, that means ਉਹ ਰੈਡੀ ਹੈ। ਉਹਨੂੰ ਤੁਸੀਂ ਇੱਕ ਪਾਸੇ ਆਫ ਕਰ ਦਿਓ ਗੈਸ ਨੂੰ ਤੇ ਉਹਨੂੰ ਸਾਈਡ ਤੇ ਰੱਖ ਕੇ ਆਪਣਾ ਪ੍ਰਸ਼ਾਦ ਦਾ ਇੱਧਰ ਪ੍ਰੋਸੈਸ ਸ਼ੁਰੂ ਕਰ ਲਓ। ਜਿਹੜਾ ਪੈਨ ਦੇ ਵਿੱਚ ਤੁਸੀਂ ਪ੍ਰਸ਼ਾਦ ਬਣਾਉਣਾ ਹੈ ਉਹਦੇ ਵਿੱਚ ਘਿਓ ਪਾਓ। ਘਿਓ ਪਾ ਕੇ ਤੁਸੀਂ ਆਟਾ ਪਾ ਦੇਣਾ ਹੈ। ਠੀਕ ਹੈ। ਘਿਓ ਥੋੜਾ ਜਿਹਾ ਗਰਮ ਹੋ ਜਾਏ ਔਰ ਆਪਾਂ ਜਿਹੜੀ ਹੀਟ ਹੈ ਉਹਨੂੰ ਤੁਸੀਂ ਬਿਲਕੁਲ ਲੋ ਤੇ ਰੱਖਣਾ ਹੈ ਪ੍ਰਸ਼ਾਦ ਬਣਾਉਂਦੇ ਹੋਇਆ। ਕਿਸੇ ਟਾਈਮ ਤੇ ਵੀ ਅਸੀਂ ਉਹਨੂੰ ਹਾਈ ਹੀਟ ਨਹੀਂ ਕਰਨਾ, ਨਾ ਹੀ ਮੀਡੀਅਮ ਕਰਨਾ ਹੈ। ਕਈ ਵਾਰੀ ਸਾਨੂੰ ਲੱਗਦਾ ਉਹ ਤੇ ਬੜਾ ਟਾਈਮ ਲੱਗਦਾ, ਪੁੱਜਦਾ ਨਹੀਂ ਪਿਆ। ਕੋਈ ਗੱਲ ਨਹੀਂ, ਤੁਸੀਂ ਉਹਨੂੰ ਆਰਾਮ ਨਾਲ ਕਰੀ ਜਾਓ, ਹਿਲਾਈ ਜਾਣਾ ਹੈ, ਛੱਡਣਾ ਨਹੀਂ ਹੈ। ਕੜਛੀ ਨੂੰ ਨਹੀਂ ਛੱਡਣਾ, ਕੜਛੀ ਇਸ ਵੇਲੇ ਸਾਡੀ ਬੈਸਟ ਫਰੈਂਡ ਹੈ। ਸੋ ਤੁਸੀਂ ਜਦੋਂ ਘਿਓ ਔਰ ਆਟਾ ਪਾ ਲਿਆ, ਜਦੋਂ ਆਟੇ ਦਾ ਕਲਰ ਬਿਲਕੁਲ ਚੇਂਜ ਹੋ ਜਾਏ, ਜੇ ਤੁਸੀਂ ਬਹੁਤ ਜ਼ਿਆਦਾ ਡਾਰਕ ਨਹੀਂ ਰੱਖਣਾ, ਦੈਟਸ ਓਕੇ। ਤੁਸੀਂ ਐਸ ਲੌਂਗ ਐਸ ਭੁੱਜੇ ਹੋਏ ਆਟੇ ਦੀ ਖੁਸ਼ਬੂ ਆ ਰਹੀ ਹੈ, ਦੈਨ ਤੁਸੀਂ ਜਿਹੜਾ ਸਿਰਪ ਬਣਾਇਆ ਤੁਸੀਂ ਸਿਰਪ ਨੂੰ ਉਹਦੇ ਵਿੱਚ ਪਾ ਦੇਣਾ ਹੈ। ਆਟੇ ਦੇ ਵਿੱਚ ਬੜੇ ਧਿਆਨ ਨਾਲ ਪਾਣਾ ਹੈ ਕਿਉਂਕਿ ਗਰਮ ਹੈ ਸਿਰਪ ਵੀ, ਸੋ ਥੋੜਾ ਪਿੱਛੇ ਹੋ ਕੇ ਪਾਓ, ਧਿਆਨ ਨਾਲ ਪਾਓ। ਜਦੋਂ ਤੁਸੀਂ ਉਹਨੂੰ ਵਿੱਚ ਪਾ ਦਿੱਤਾ, ਦੈਨ ਤੁਸੀਂ ਉਹਨੂੰ ਹਿਲਾਣਾ ਹੈ, ਨਾਲ ਹਿਲਾਈ ਜਾਣਾ ਹੈ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਲੰਪਸ ਬਣਨ। ਜੇ ਉਸ ਸਟੇਜ ਤੇ ਲੰਪਸ ਬਣ ਗਏ, ਫਿਰ ਇਹਦਾ ਮਤਲਬ ਸਾਡਾ ਕੜਾਹ ਪ੍ਰਸ਼ਾਦ ਇਜ਼ ਨਾਟ ਗੋਇੰਗ ਟੂ ਬੀ ਹਾਂਜੀ ਇੱਕ ਕੰਪਲੀਟ ਰੈਸਿਪੀ। ਜਿਵੇਂ ਹੀ ਉਹ ਹੁੰਦਾ ਹੈ, ਉਹਦੇ ਵਿੱਚ ਤੁਸੀਂ ਜਦ ਘਿਓ ਸੈਪਰੇਸ਼ਨ ਦੇਖਣੀ ਸ਼ੁਰੂ ਕਰੋਗੇ, ਤੁਹਾਨੂੰ ਦਿਖਣ ਲੱਗ ਜਾਏਗਾ ਕਿ ਪੈਨ ਦੇ ਵਿੱਚੋਂ ਸਾਈਡਸ ਛੱਡਣ ਲੱਗ ਗਿਆ ਸਾਰਾ ਜਿਹੜਾ ਕੜਾਹ ਪ੍ਰਸ਼ਾਦ ਤੁਸੀਂ ਬਣਾਇਆ। ਤੇ ਨਾਲ ਹੀ ਉਹਦੇ ਵਿੱਚ ਯੂ ਵਿਲ ਸੀ ਕਿ ਘਿਓ ਸੈਪਰੇਟ ਔਰ ਸ਼ਾਈਨ ਆ ਗਈ ਹੈ ਇੱਕ ਬੜੀ ਅੱਛੀ। ਤੇ that is it. Once we are done with that stage, ਫਿਰ ਸਾਡਾ ਦੇਖੋ ਜੀ ਕੜਾਹ ਪ੍ਰਸ਼ਾਦ ਰੈਡੀ। ਕੀ ਬਾਤ ਹੈ। ਥੈਂਕ ਯੂ ਜਸਜੀਤ ਜੀ ਫॉर ਦਿਸ ਅਮੇਜ਼ਿੰਗ ਰੈਸਿਪੀ ਟੁਡੇ। ਤੇ ਆਈ ਹੋਪ ਕਿ ਜਿਹੜੇ ਵੀ ਸਾਨੂੰ ਅੱਜ ਦੇਖਣਗੇ ਸਾਡੇ ਵਿਊਅਰਸ ਤੇ ਲਿਸਨਰਸ ਉਹਦਾ ਜ਼ਰੂਰ ਫਾਇਦਾ ਚੱਕਣਗੇ। ਅਗੇਨ ਵੀ ਵਿਲ ਡੈਫੀਨਿਟਲੀ ਟਾਈ ਅਪ ਇਨ ਕਮਿੰਗ ਟਾਈਮਸ ਤੇ ਆਪਾਂ ਹੋਰ ਰੈਸਿਪੀਜ਼ ਬਾਰੇ ਵੀ ਗੱਲ ਕਰਾਂਗੇ। ਲੇਕਿਨ ਵਿਸਾਖੀ ਦੇ ਇਸ ਮੌਕੇ ਤੇ ਮੈਂ ਤੁਹਾਨੂੰ, ਤੁਹਾਡੇ ਪਰਿਵਾਰ ਨੂੰ, ਤੁਹਾਡੇ ਸਾਰੇ ਦੋਸਤਾਂ ਨੂੰ ਜਿਹੜੇ ਵੀ ਟੋਰਾਂਟੋ ਤੁਹਾਡੇ ਨਾਲ ਹੈਗੇ ਟੋਰਾਂਟੋ 'ਚ, ਉਹਨਾਂ ਨੂੰ ਸਭ ਨੂੰ ਵਿਸਾਖੀ ਦੀ ਵਧਾਈ ਦਿੰਦਾ। ਤੇ ਸਪੈਸ਼ਲੀ ਤੁਹਾਡੇ ਹਸਬੈਂਡ ਨੂੰ ਜਿਨ੍ਹਾਂ ਨੇ ਤੁਹਾਡੀ ਅੱਜ ਕਾਫੀ ਮਦਦ ਕੀਤੀ ਸਾਡੇ ਲਈ। ਥੈਂਕ ਯੂ ਸੋ ਮਚ ਸਰ ਫॉर ਹੈਲਪਿੰਗ ਅਸ ਆਊਟ ਟੁਡੇ। ਤੇ ਤੁਹਾਨੂੰ ਵੀ ਵਿਸਾਖੀ ਦੀ ਬਹੁਤ ਬਹੁਤ ਵਧਾਈ ਹੋਵੇ। ਬਿਫੋਰ ਵੀ ਐਂਡ ਟੁਡੇਜ਼ ਪ੍ਰੋਗਰਾਮ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਪਲੀਜ਼? ਮੇਰਾ ਮੈਸੇਜ ਅੰਮ੍ਰਿਤ ਜੀ ਸਾਰਿਆਂ ਦੇ ਵਾਸਤੇ ਕਿ ਇਹ ਵਿਸਾਖੀ ਸਭ ਦੇ ਲਈ ਖੁਸ਼ੀਆਂ ਲੈ ਕੇ ਆਏ, ਖੇੜੇ ਲੈ ਕੇ ਆਏ। ਤੇ ਜਿੰਨੇ ਵੀ ਕੋਈ ਵੀ ਆਪਾਂ ਦੇਖਦੇ ਹਾਂ ਕਿ ਕਦੀ ਕੋਈ ਦੁਨੀਆ ਦੇ ਵਿੱਚ ਕੋਈ ਕਰੋਪੀ ਆਉਂਦੀ ਹੈ, ਕੋਵਿਡ ਆਉਂਦਾ, ਮਤਲਬ ਅਸੀਂ ਸਾਰੀਆਂ ਉਹਨਾਂ ਚੀਜ਼ਾਂ ਤੋਂ ਰਹਿਤ ਹੋਈਏ। ਹਰ ਕੋਈ ਸਿਹਤਮੰਦ ਰਹੇ, ਹਰ ਕੋਈ ਖੁਸ਼ ਰਵੇ ਤੇ ਖੁਸ਼ੀਆਂ ਵੰਡੇ। ਤੇ ਜਦੋਂ ਅਸੀਂ ਖਾਣੇ ਦੀ ਵੀ ਗੱਲ ਕਰਦੇ ਹਾਂ, ਕੜਾਹ ਪ੍ਰਸ਼ਾਦ ਹੈ ਤੇ ਕੜਾਹ ਪ੍ਰਸ਼ਾਦ ਵੀ ਵੰਡ ਕੇ ਹੀ ਖਾਓ, ਵੰਡ ਕੇ ਛਕੋ। ਇਹ ਇੱਕ ਮੈਸੇਜ ਗੁਰੂ ਜੀ ਨੇ ਸਾਨੂੰ ਦਿੱਤਾ ਸੀ, ਜੋ ਵੀ ਬਣਾਉਂਦੇ ਹੋ ਵੰਡ ਕੇ ਛਕੋ। ਤੇ ਉਹ ਆਈ ਥਿੰਕ ਸਭ ਤੋਂ ਬੈਸਟ ਹੈ। ਪਰ ਮੇਰੇ ਵੱਲੋਂ, ਮੇਰੇ ਹਸਬੈਂਡ, ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਤੁਸੀਂ ਇੰਜ ਹੀ ਕੜਾਹ ਪ੍ਰਸ਼ਾਦ ਬਣਾਈ ਜਾਓ, ਵੰਡੀ ਜਾਓ ਤੇ ਆਪ ਵੀ ਖਾਓ, ਮੈਨੂੰ ਵੀ ਖਵਾਓ। ਕੀ ਬਾਤ ਹੈ। ਤੇ ਅਸੀਂ ਸਭ ਨੂੰ ਇਹੀ ਪ੍ਰਾਰਥਨਾ ਕਰਾਂਗੇ ਕਿ ਕੋਵਿਡ ਥੋੜਾ ਜਿਹਾ ਖਤਮ ਹੋ ਰਿਹਾ ਤੇ ਗੁਰੂ ਘਰ ਜਾਓ ਤੇ ਆਪਣਾ ਲੰਗਰ ਛਕੋ। ਤੇ ਫਿਰ ਵੀ ਪ੍ਰੀਕਾਸ਼ਨਸ ਲੈਣੇ ਬਹੁਤ ਜ਼ਰੂਰੀ ਹੈਗੇ ਆ। ਮੇਕ ਸ਼ੋਰ ਯੂ ਟੇਕ all your precautions, ਆਪਣਾ ਮਾਸਕ ਪਾ ਕੇ ਰੱਖੋ ਤੇ ਹੈਂਡ ਸੈਨੀਟਾਈਜ਼ ਕਰੋ। ਪਰ ਜਿੰਨਾ ਵੀ ਹੋ ਸਕਦਾ ਹੈਗਾ, ਹਾਲੇ ਵੀ ਕਰੋਨਾ ਥੋੜਾ ਬਹੁਤ ਕਿਤੇ ਨਾ ਕਿਤੇ ਖਬਰਾਂ ਆਈ ਜਾਂਦੀਆਂ, ਸੋ ਬੀ ਕੇਅਰਫੁਲ ਐਂਡ ਆਪਣੇ ਆਪ ਦਾ ਧਿਆਨ ਰੱਖੋ। ਜਸਜੀਤ ਜੀ ਥੈਂਕ ਯੂ ਸੋ ਮਚ ਫॉर योर ਟਾਈਮ ਟੁਡੇ। ਆਪਾਂ ਦੁਬਾਰਾ ਗੱਲਬਾਤ ਕਰਦੇ ਰਹਾਂਗੇ। ਜ਼ਰੂਰ ਜੀ, ਥੈਂਕ ਯੂ ਸੋ ਮਚ ਅਮਰਿਤ ਜੀ, ਥੈਂਕਸ ਫॉर ਹੈਵਿੰਗ ਮੀ ਔਨ योर ਸ਼ੋ ਐਂਡ ਥੈਂਕਸ ਟੂ ਦ ਪੰਜਾਬੀ ਨੈਸ਼ਨਲ ਟੀਵੀ ਐਸ ਵੈਲ। ਥੈਂਕ ਯੂ ਸੋ ਮਚ ਐਂਡ ਟੇਕ ਕੇਅਰ। ਥੈਂਕ ਯੂ ਜੀ। ਇਹ ਸੀ ਸਾਡੇ ਬਹੁਤ ਹੀ ਅਮੇਜ਼ਿੰਗ ਸ਼ੈਫ ਫਰੋਮ ਟੋਰਾਂਟੋ ਜਸਜੀਤ ਕੌਰ ਜੀ, ਤੇ ਉਹਨਾਂ ਨੇ ਬਹੁਤ ਹੀ ਵਧੀਆ ਤੇ ਬਹੁਤ ਹੀ ਅਮੇਜ਼ਿੰਗ ਰੈਸਿਪੀ ਸਾਨੂੰ ਅੱਜ ਦਿਖਾਈ ਕੜਾਹ ਪ੍ਰਸ਼ਾਦ ਬਣਾਉਣ ਦੀ। ਆਈ ਹੋਪ ਤੁਹਾਨੂੰ ਬਹੁਤ
ਈਜ਼ੀ ਲੱਗੇਗੀ, ਚੰਗੀ ਲੱਗੇਗੀ। ਤੇ ਸਪੈਸ਼ਲੀ ਇਸ ਮੌਕੇ ਤੇ ਆਪਾਂ ਘਰ 'ਚ ਵੀ ਇਹ ਕੜਾਹ ਪ੍ਰਸ਼ਾਦ ਬਣਾ ਕੇ ਆਪਣੇ ਪਰਿਵਾਰ ਨੂੰ, ਦੋਸਤਾਂ ਨੂੰ ਆਪਾਂ ਦੇ ਸਕਦੇ ਹਾਂ ਤੇ ਵੰਡ ਸਕਦੇ ਹਾਂ। ਅਗੇਨ ਸਾਡੀ ਪੂਰੀ ਟੀਮ ਵੱਲੋਂ ਵਿਸਾਖੀ ਦੀ ਤੁਹਾਨੂੰ ਬਹੁਤ ਵਧਾਈ ਹੋਏ। ਪੂਰੀ ਟੀਮ ਸਾਡੀ ਜਲੰਧਰ ਸਟੂਡੀਓ, ਐਡਮਿੰਟਨ ਸਟੂਡੀਓ, ਕੈਲਗਰੀ ਸਟੂਡੀਓ, ਜਿਹੜੇ ਵੀ ਸਾਡੇ ਟੀਮ ਮੈਂਬਰਸ ਹੈਗੇ ਉਹਨਾਂ ਨੂੰ ਵੀ ਵਿਸਾਖੀ ਦੀ ਬਹੁਤ ਬਹੁਤ ਵਧਾਈ। ਤੇ another thing is that they do such hard work ਕਿ ਮੇਰਾ ਫਰਜ਼ ਬਣਦਾ ਹੈ ਉਹਨਾਂ ਦਾ ਸ਼ੁਕਰੀਆ ਕਹਿਣ ਦਾ, ਉਹਨਾਂ ਦਾ ਧੰਨਵਾਦ ਕਹਿਣ ਦਾ ਕਿ ਅਸੀਂ ਤਾਂ ਸਾਹਮਣੇ ਆ ਕੇ ਸਿਰਫ ਅੱਧੇ ਘੰਟੇ ਦਾ ਗੱਲਬਾਤ ਕਰਕੇ ਚਲੇ ਜਾਂਦੇ ਹਾਂ, ਪਰ ਉਹ ਲੋਕੀ ਬਹੁਤ ਸਾਡੀ ਹੈਲਪ ਕਰਦੇ ਨੇ ਬਿਹਾਈਂਡ ਦਾ ਕੈਮਰਾ। I'm really very grateful to them. Everybody in our team in Jalandhar studio, they do a lot of work for us. Thank you so much everybody in our team. इस शो खत्म करने से पहले मैं ये कहना चाहूँगा, हर टॉक शो का मतलब सिर्फ ब्रेकिंग न्यूज़ नहीं, हंगामा नहीं, तमाशा नहीं। ये टॉक शो है आपकी आवाज़ का, आपके मुद्दे का, आपके जज्बात के साथ साथ आपके भरोसे का, क्योंकि आपका भरोसा हमारी जिम्मेदारी है, उम्मीद आपकी कोशिश हमारी है। इसी मैसेज के साथ मैं आपसे विदा लेता हूँ। अगले वीक दोबारा मुलाकात होगी एक नए मैसेज के साथ, नए गेस्ट के साथ। विसाखी की आपको दोबारा से बहुत बहुत बधाई। मिलते हैं नेक्स्ट वीक। थैंक यू।